ਕਲਾਸਰੂਮ ਲਰਨਿੰਗ ਨੂੰ ਰਿਪਲੇਸ ਕਰੂਗੀ ਪੋਸਟ ਕੋਵਿਡ ਏਰਾ ਦੇ ਵਿੱਚ? ਜੇ ਆਪਾਂ ਨੂੰ ਵਰਚੁਅਲ ਲਰਨਿੰਗ ਨੂੰ ਰਿਪਲੇਸ ਕਰਨਾ ਪੈ ਜਾਵੇ ਆਪਣੀ ਕੋਰੋਨਾ ਵਾਇਰਸ ਡਿਸੀਜ਼ ਤੋਂ ਬਾਅਦ, ਤੇ ਕੀ ਸਿਚੁਏਸ਼ਨ ਹੋਊਗੀ ਆਪਣੇ ਦੇਸ਼ ਦੀ, ਤੇ ਕਿੱਦਾਂ ਆਪਾਂ ਇਹਨੂੰ ਹੈਂਡਲ ਕਰ ਸਕਦੇ ਹਾਂ? ਸੋ ਇਸ ਚੀਜ਼ ਨੂੰ ਡਿਸਕਸ ਕਰਨ ਵਾਸਤੇ ਮੈਂ ਆਪਣੇ ਫਰੈਂਡਸ ਤੇ ਆਪਣੇ ਸੀਨੀਅਰਸ ਨੂੰ ਇਨਵਾਈਟ ਕੀਤਾ ਇੱਕ ਪੈਨਲ ਦੇ ਵਿੱਚ। ਸੋ ਮੈਂ I would like to introduce them. So I will start with Priyal Sharma. So she's a student of BSc Honors Chemistry Sem 4, means my classmate here. Seher, my junior from first year, and another Vrishti Sharma. She is the associate editor of Editorial Board Chemical Society and is currently studying in MSc Honors Chemistry Sem 2. Ishita Kochar from MSc Chemistry first year. Malkeet Singh from MSc Chemistry final year. Apurva Di from BSc final year. So ਅੱਜ ਆਪਾਂ ਇਸ ਸਿਚੁਏਸ਼ਨ ਨੂੰ ਡਿਸਕਸ ਕਰਨ ਵਾਸਤੇ ਇਹਨਾਂ ਕੁਝ ਪੈਨਲਸ ਨੂੰ ਚੂਜ਼ ਕੀਤਾ ਵਾ। I have chosen them to discuss on this topic. So audience ਵਾਸਤੇ ਇੱਕ ਪ੍ਰੋਪਰ ਗਾਈਡਲਾਈਨਸ ਜਿਹੜੀਆਂ ਵਾ ਚੈਟ ਰੂਮ ਦੇ ਵਿੱਚ ਪੋਸਟ ਕਰ ਦਿੱਤੀਆਂ ਗਈਆਂ ਵਾ ਮੋਡਰੇਟਰ ਦੁਆਰਾ। So I would like to introduce our moderator also, अपने chemical society ਦੇ इंचार्ज ਤੇ अपने editorial board ਦੇ ਵੀ इंचार्ज डॉक्टर ਵੀਨਸ ਸਿੰਘ ਮਿੱਠੂ, ਜਿਹੜੇ ਸਾਨੂੰ ਹਰ ਇੱਕ ਟਾਈਮ ਤੇ ਹਰ ਇੱਕ ਮੋਡ ਤੇ ਸਪੋਰਟ ਕਰਦੇ ਆ ਇਦਾਂ ਦੀਆਂ ਚੀਜ਼ਾਂ ਨੂੰ ਆਰਗੇਨਾਈਜ਼ ਕਰਨ ਵਾਸਤੇ। So I would like to welcome him also. So ਮੈਂ ਤੁਹਾਨੂੰ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਇੱਕ ਵਾਰ ਸਾਰੇ ਜਣੇ ਗਾਈਡਲਾਈਨਸ ਦਾ ਇੱਕ ਵਾਰ ਨਜ਼ਰੀਆ ਕਰ ਲੈਣ, ਸੋ ਕਿ ਬਾਅਦ ਚ ਕਿਸੇ ਨੂੰ ਡਿਫਿਕਲਟੀ ਨਾ ਹੋਵੇ। ਮੇਜਰ ਗਾਈਡਲਾਈਨ ਇਹੀ ਆ ਕਿ ਬੱਚੇ ਜਿਹੜਾ ਵਾ ਆਪਣਾ ਸਵਿਚ ਆਫ ਮੋਡ ਤੇ ਰੱਖਣ ਮਾਈਕਰੋਫੋਨ ਤੇ ਆਪਣਾ ਵੀਡੀਓ, ਕਿ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਜਾਵੇ ਸਿਰਫ ਉਦੋਂ ਹੀ ਔਨ ਕੀਤਾ ਜਾਵੇ ਜਾਂ ਵੀਡੀਓ ਔਨ ਕੀਤੀ ਜਾਵੇ। ਸੋ ਥੈਂਕ ਯੂ ਵਨਸ ਅਗੇਨ ਟੂ ਆਲ ਮਾਈ ਮੈਂਬਰਸ ਜਿਨ੍ਹਾਂ ਨੇ ਮੇਰੇ ਇੱਕ ਵਾਰੀ ਕਹਿਣ ਤੇ ਆਏ, ਠੀਕ ਹੈ। ਸੋ ਮੈਂ ਅੱਜ ਦਾ ਆਪਣਾ ਟੌਪਿਕ ਇੱਕ ਵਾਰ ਸਾਰੀ ਆਡੀਅנס ਤੇ ਮੈਂਬਰਸ ਨੂੰ ਤਾਂ ਚਲੋ ਕਲੀਅਰ ਹੀ ਆ। Should virtual learning replace classroom learning in the post-COVID era? So ਸਭ ਤੋਂ ਪਹਿਲਾਂ ਮੈਂ ਆਪਣੇ ਸਭ ਤੋਂ ਸੀਨੀਅਰ ਮੈਂਬਰ ਇੱਥੇ ਬੈਠੇ ਮਲਕੀਤ ਭਾਈ ਨੂੰ ਪੁੱਛਣਾ ਚਾਹੁੰਦਾ ਵੀ ਉਹਨਾਂ ਦੇ ਇਸ ਟੌਪਿਕ ਤੇ, ਇਸ ਲਾਈਨ ਦੇ ਕੀ ਵਿਊਜ਼ ਨੇ? ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ ਯਤਿਨ ਜੀ ਤੁਹਾਡਾ ਮੈਨੂੰ ਸਭ ਤੋਂ ਪਹਿਲਾਂ ਸਮਾਂ ਦੇਣ ਵਾਸਤੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਜੋ ਸਾਨੂੰ ਅੱਜ ਦੇਖ ਰਹੇ ਨੇ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਜੋ ਸਾਡੀ ਸਰਕਾਰ ਕਰ ਰਹੀ ਹੈ ਕਿ ਸਟੇ ਹੋਮ ਸਟੇ ਸੇਫ, ਸੋ ਘਰੇ ਰਹਿਣਾ ਬਹੁਤ ਲਾਜ਼ਮੀ ਹੈ ਤਾਂ ਜੋ ਆਪਾਂ ਕੋਰੋਨਾ ਦੀ ਬਿਮਾਰੀ ਤੇ ਕਾਬੂ ਪਾ ਸਕੀਏ। ਸੋ ਰਹੀ ਗੱਲ ਕਿ ਜਿੱਦਾਂ ਕਹਿੰਦੇ ਕਿ ਆਨਲਾਈਨ ਸਟੱਡੀ ਅਗਰ ਰਿਪਲੇਸ ਕਰਦੀ ਆ ਆਪਣੀ ਆਫਲਾਈਨ ਸਟੱਡੀ ਨੂੰ, ਤੋ ਆਪਣੇ ਆਪਣੀ ਜਗ੍ਹਾ ਤੇ ਹਰੇਕ ਦੀ ਇੰਪੋਰਟੈਂਸ ਹੈਗੀ ਹੈ, ਪਰ ਬਦਲਦੇ ਸਮੇਂ ਨਾਲ ਚੱਲਣਾ ਜ਼ਰੂਰ ਚਾਹੀਦਾ, ਪਰ ਨਾਲ ਦੀ ਨਾਲ ਆਪਣੀ ਪੁਰਾਣੀ ਸੱਭਿਅਤਾ ਨੂੰ ਲਾ ਲਓ, ਗੁਰੂ ਚੇਲੇ ਵਾਲੀ ਰੀਤ ਨੂੰ ਲਾ ਲਓ, ਉਹਨੂੰ ਵੀ ਸੰਭਾਲਣਾ। ਚਲੋ ਵੀ ਅੱਜ ਜੇਕਰ ਆਨਲਾਈਨ ਸਟੱਡੀ ਚੱਲਦੀ ਹੈ ਤੇ ਮਤਲਬ ਇਫ ਇਹ ਰਿਪਲੇਸ ਕਰਦੀ ਹੈ ਸਾਰੀ ਹੀ ਆਫਲਾਈਨ ਸਟੱਡੀ ਨੂੰ, ਤਾਂ ਕਹਿ ਲਓ ਕਿ ਇੱਕ ਟੀਚਰ ਦਾ ਰੋਲ ਖਤਮ ਹੋ ਜਾਏਗਾ। ਸੋ ਮੈਂ ਸਟਾਰਟਿੰਗ ਦੇ ਵਿੱਚ ਤਾਂ ਟੌਪਿਕ ਨੂੰ ਸ਼ੁਰੂਆਤ ਕਰਦੇ ਤੌਰ ਤੇ ਇਹੀ ਕਹਿਣਾ ਚਾਹਾਂਗਾ ਕਿ ਆਪਾਂ ਆਫਲਾਈਨ ਮੋਡ ਮੈਂ ਸਮਝਦਾ ਕਿ ਜ਼ਿਆਦਾ ਵਧੀਆ ਹੈ, ਜਿਹਦੇ ਵਿੱਚ ਟੀਚਰ ਦਾ ਰੋਲ ਵੀ ਆਉਂਦਾ ਤੇ ਬੱਚਿਆਂ ਦਾ ਰੋਲ ਵੀ। ਠੀਕ ਹੈ ਮਲਕੀਤ ਭਾਜੀ, ਸੋ ਮੈਂ ਤੁਹਾਡੇ ਵਿਊਜ਼ ਦੇ ਨਾਲ ਅੱਗੇ ਵਧਾਂਗਾ। ਸੋ ਅੱਗੇ ਵਧਣ ਤੋਂ ਪਹਿਲਾਂ ਮੈਂ ਵੈਲਕਮ ਕਰਨਾ ਚਾਹਾਂਗਾ ਆਪਣੇ ਐਲੂਮਨੀ ਕੈਮਿਸਟਰੀ ਡਿਪਾਰਟਮੈਂਟ ਦੇ ਜਿਹੜੇ ਪਿਛਲੇ ਸਾਲ ਪਾਸ ਆਊਟ ਹੋਏ ਬਲਜਿੰਦਰ ਦੀ। ਵੈਲਕਮ ਬਲਜਿੰਦਰ ਦੀ, ਐਂਡ ਥੈਂਕ ਯੂ ਸੋ ਮਚ ਫॉर ਕਮਿੰਗ ਹੇਅਰ ਐਂਡ ਪ੍ਰੋਵਾਈਡਿੰਗ ਯੂਰ ਟਾਈਮ ਟੂ ਅਸ ਟੂ ਟਾਕ ਵਿਦ ਅਸ ਐਂਡ ਡਿਸਕਸ ਯੂਰ ਵਿਊਜ਼, ਕਿਉਂਕਿ ਤੁਹਾਨੂੰ ਸਾਡੇ ਸਾਰਿਆਂ ਨਾਲੋਂ ਜ਼ਿਆਦਾ ਐਕਸਪੀਰੀਅੰਸ ਆ। It's all like that. It's the same, and thank you for inviting first of all. Yeah. Okay. So ਮਲਕੀਤ ਭਾਈ ਦੀ ਗੱਲ ਆਪਣੇ ਸਾਰੇ ਪੈਨਲ ਮੈਂਬਰਸ ਨੇ ਸੁਣੀ ਹੋਊਗੀ। ਬਲਜਿੰਦਰ ਦੀ ਹੁਣ ਸਾਡੇ ਸਭ ਤੋਂ ਸੀਨੀਅਰ ਤੇ ਤੁਸੀਂ ਬੈਠੇ ਸਾਡੇ ਦੇ ਵਿੱਚ, ਤੁਹਾਡਾ ਕੀ ਵਿਊ ਹੈ ਵਰਚੁਅਲ ਲਰਨਿੰਗ ਆਨਲਾਈਨ ਕਲਾਸਰੂਮ ਐਜੂਕੇਸ਼ਨ ਨਾਲ ਰਿਪਲੇਸ ਕਰਨਾ ਚਾਹੀਦਾ ਹੈ ਕਿ ਨਹੀਂ? Okay, so ਅਗਰ ਮੈਨੂੰ ਪੁੱਛਿਆ ਜਾਏ, ਅਗਰ ਮੈਂ ਪਰਸਨਲੀ ਗੱਲ ਕਰਾਂ, so it's like ਪਹਿਲਾਂ ਮੈਂ GND ਚ ਹੋਈ, it was 5 years ਕਲਾਸਰੂਮ ਲਰਨਿੰਗ ਹੋਈ।
then I went on and it was like more of ਜਿਹਨੂੰ ਕਹਿੰਦੇ ਕਿ ਹਾਂ self learning. So ਮੈਨੂੰ ਇਹ ਲੱਗਦਾ ਕਿ ਅਗਰ ਆਪਾਂ virtual learning or classroom learning ਨੂੰ ਇਸ time ਤੇ ਰੱਖਿਆ ਜਾਏ, so it's not like ਕਿ ਸਿਰਫ ਇੱਕ ਚੀਜ਼ ਦੇ ਸਿਰ ਤੇ ਆਪਾਂ ਚੱਲ ਸਕਦੇ ਹਾਂ. It's like ਕਿ ਅਗਰ ਆਪਾਂ ਇਸ ਵੇਲੇ ਚਾਹੁੰਦੇ ਕਿ ਹਾਂ ਇਹਨਾਂ ਚੋਂ ਇੱਕ ਵੀ ਕਰੀਏ ਤਾਂ at the same time ਦੂਸਰੀ ਚੀਜ਼ ਵੀ ਹੋਣੀ ਚਾਹੀਦੀ ਉਹਨੂੰ complement ਕਰਨ ਵਾਸਤੇ. ਲਾਈਕ ਅਗਰ ਆਪਾਂ ਵਰਚੁਅਲ ਲਰਨਿੰਗ ਦੀ ਗੱਲ ਕਰਦੇ ਹਾਂ ਤਾਂ ਵਰਚੁਅਲ ਲਰਨਿੰਗ ਉਦੋਂ ਕੰਮ ਕਰੇਗੀ ਜਦੋਂ ਐਟ ਦ ਸੇਮ ਟਾਈਮ ਉਹਦੇ ਨਾਲ ਕਲਾਸਰੂਮ ਲਰਨਿੰਗ ਵੀ ਚੱਲ ਰਹੀ ਆ. ਓਕੇ ਸੋ ਇਟਸ ਲਾਈਕ ਜਿੱਦਾਂ ਮੈਂ ਤੁਹਾਨੂੰ ਦੱਸਦੀ ਹਾਂ ਸਾਡੇ ਕਲਚਰ ਵਿੱਚ ਇਹ ਚੀਜ਼ ਨਾਰਮਲੀ ਸਿਖਾਈ ਨਹੀਂ ਜਾਂਦੀ ਤਾਂ ਬੱਚਿਆਂ ਨੂੰ ਸੈਲਫ ਸਟੱਡੀ ਸਾਨੂੰ ਹਮੇਸ਼ਾ GNTU ਵੀ ਆਪਾਂ ਹਮੇਸ਼ਾ ਸਾਨੂੰ ਨੋਟਸ ਪ੍ਰੋਵਾਈਡ ਕੀਤੇ ਜਾਂਦੇ ਸੀਗੇ, ਆਪਾਂ ਨੋਟਸ ਪੜ੍ਹਦੇ ਹਾਂ, ਠੀਕ ਹੈ, ਵੀ ਗੋ ਆਊਟ ਦੇਅਰ ਐਂਡ ਵੀ ਪੁੱਟ ਇਟ ਇਨ ਦ ਐਗਜ਼ਾਮਸ ਐਂਡ ਆਲ ਦੈਟ ਸਟਫ, ਬਟ ਇਟਸ ਲਾਈਕ ਉਹ ਵਾਲੀ ਇੱਕ ਚੀਜ਼ ਹੁੰਦੀ ਨਹੀਂ ਕਿ ਤੁਸੀਂ ਖੁਦ ਸਿੱਖਣਾ ਚਾਹੁੰਦੇ ਹੋ, ਉਹ ਵਾਲੀ ਚੀਜ਼ ਬਹੁਤ ਘੱਟ ਆ. ਬਟ ਜਦੋਂ ਆਪਾਂ ਆਨਲਾਈਨ ਲਰਨਿੰਗ ਦੀ ਗੱਲ ਕਰਦੇ ਹਾਂ, ਤੁਹਾਡੇ ਕੋਲ ਆਪਣੀ ਇੱਕ ਓਪਰਚੁਨਿਟੀ ਆ, ਤੁਹਾਡੇ ਕੋਲ ਆਪਣਾ ਇੱਕ ਪਲੇਟਫਾਰਮ ਆ ਜਿੱਥੇ ਤੁਸੀਂ ਜਾ ਕੇ ਤੁਸੀਂ ਕਿਸੇ ਐਸੀ ਚੀਜ਼ ਬਾਰੇ ਵੀ ਸਿੱਖ ਸਕਦੇ ਹੋ ਜੋ ਤੁਹਾਡੀ ਫੀਲਡ ਦੇ ਬਿਲਕੁਲ ਬਾਹਰ ਆ. It's just out of curiosity and all that stuff ਨਾ. So thank you so much for your views ਬਲਜਿੰਦਰ ਦੀ. ਸੋ ਬਲਜਿੰਦਰ ਦੀ ਦਾ ਕਹਿਣਾ ਹੈ ਕਿ ਟ੍ਰੈਡੀਸ਼ਨਲ ਲਰਨਿੰਗ ਦੇ ਨਾਲ ਵਰਚੁਅਲ ਲਰਨਿੰਗ ਵੀ ਚੱਲਦੀ ਰਹਿਣੀ ਚਾਹੀਦੀ ਆ. ਸੋ ਇਸ ਪੁਆਇੰਟ ਤੇ ਮੈਂ ਇਸ਼ਿਤਾ ਕੁਚਵੀ ਨੂੰ ਪੁੱਛਣਾ ਚਾਹਾਂਗਾ ਕਿ ਉਹਨਾਂ ਦਾ ਕੀ ਵਿਊ ਹੈ ਤੇ ਉਹ ਕੀ ਸੋਚਦੇ ਨੇ ਕਿ ਟ੍ਰੈਡੀਸ਼ਨਲ ਲਰਨਿੰਗ ਦੇ ਨਾਲ ਵਰਚੁਅਲ ਲਰਨਿੰਗ ਨੂੰ ਕਿੱਦਾਂ ਕੰਟੀਨਿਊ ਕੀਤਾ ਜਾ ਸਕਦਾ. ਹੈਲੋ, ਗੁੱਡ ਈਵਨਿੰਗ एवरीवन. ਕਿ ਆਪਾਂ ਗੱਲ ਕਰ ਰਹੇ ਹਾਂ ਟ੍ਰੈਡੀਸ਼ਨਲ ਲਰਨਿੰਗ ਵਰਸਸ ਆਨਲਾਈਨ ਲਰਨਿੰਗ. ਐਜ਼ ਵੀ ਨੋ ਕਿ ਅੱਜ ਕੱਲ ਆਨਲਾਈਨ ਲਰਨਿੰਗ ਨੂੰ ਸਭ ਬਹੁਤ ਪ੍ਰੈਫਰ ਕਰਦੇ ਹੈ ਐਂਡ ਓਬਵੀਅਸਲੀ ਇਹ ਬੈਟਰ ਹੈ ਕਿ ਆਪਾਂ ਘਰ ਬੈਠੇ ਆਪਣੇ ਫੋਨਸ ਤੇ ਕੰਪਿਊਟਰਸ ਤੇ ਯੂਜ਼ ਕਰ ਸਕਦੇ ਹਾਂ ਆਰਾਮ ਨਾਲ. ਬਟ ਜਿਹੜੀ ਆਪਾਂ ਕਲਾਸ 'ਚ ਜਾ ਕੇ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਔਰ ਫਰੈਂਡਸ ਟੀਚਰਸ ਪ੍ਰੋਫੈਸਰਸ ਨੂੰ ਆਪਾਂ ਮਿਲਦੇ ਹਾਂ, ਉਹਨਾਂ ਨਾਲ ਗੱਲ ਕਰਦੇ ਹਾਂ, ਆਪਾਂ ਨੂੰ ਡੇਲੀ ਟੂ ਡੇਲੀ ਲਾਈਫ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ, ਆਪਣੀ ਸਕਿੱਲਸ ਵਗੈਰਾ ਬੈਟਰ ਹੁੰਦੀਆਂ, ਜਿਵੇਂ ਆਪਣੀ ਕੈਮੀਕਲ ਸੁਸਾਇਟੀ ਕਿੰਨਾ ਕੁਝ ਆਰਗੇਨਾਈਜ਼ ਕਰਦੀ ਹੈ, ਉਹ ਸਭ ਕੁਝ ਆਪਾਂ ਘਰ ਬੈਠੇ ਨਹੀਂ ਕਰ ਸਕਦੇ. ਹੋਰ ਆਪਾਂ ਨੂੰ ਕੁਝ ਪ੍ਰੋਬਲਮਸ ਹੈ, ਵੀ ਕੈਨ ਆਸਕ ਆਵਰ ਟੀਚਰਸ ਔਰ ਫਰੈਂਡਸ ਜੋ ਕਿ ਆਪਾਂ ਨੂੰ ਬਹੁਤ ਹੈਲਪ ਕਰਦੀ ਹੈ. ਸੋ ਉਹਨਾਂ ਦਾ ਵਿਊ, ਤੁਹਾਡਾ ਵਿਊ ਇਹ ਹੈ ਕਿ ਆਪਾਂ ਆਨਲਾਈਨ ਲਰਨਿੰਗ ਨੂੰ ਜ਼ਿਆਦਾ ਪ੍ਰੈਫਰੈਂਸ ਨਹੀਂ ਦਿੰਦੇ ਆਪਣੀ ਟ੍ਰੈਡੀਸ਼ਨਲ ਲਰਨਿੰਗ ਨਾਲ. ਸੋ ਇੱਥੇ ਹੀ ਇੱਕ ਮੇਰੇ ਦਿਮਾਗ ਦੇ ਵਿੱਚ ਇੱਕ ਬੜਾ ਵਧੀਆ ਪੁਆਇੰਟ ਆਉਂਦਾ ਵਾ ਕਿ ਅਸੈਸਿਬਿਲਿਟੀ ਤੇ ਫਲੈਕਸੀਬਿਲਿਟੀ ਦੇ ਟਰਮ ਦੇ ਵਿੱਚ ਵਰਚੁਅਲ ਐਜੂਕੇਸ਼ਨ ਜਿਹੜੀ ਆ ਮੋਰ ਪ੍ਰੈਫਰੇਬਲ ਆ ਕਲਾਸਰੂਮ ਐਜੂਕੇਸ਼ਨ ਦੇ, ਕਿ ਜਿਹੜੀ ਜਦੋਂ ਬੱਚਾ ਕਿਸੇ ਵੀ ਟਾਈਮ ਤੇ ਆਨਲਾਈਨ ਐਜੂਕੇਸ਼ਨ ਨੂੰ ਪ੍ਰੈਫਰ ਕਰ ਸਕਦਾ, ਅਸੈਸ ਕਰ ਸਕਦਾ ਤੇ ਉਹ ਮੋਰ ਫਲੈਕਸੀਬਲ ਆ. Priyal Sharma, I would like to know your views on this line or this topic. Good afternoon, everyone. So on this line, I would like to express my views. सबसे पहली बात तो ये है कि जिन बच्चों के पास access है इंटरनेट का, they have a positive point कि they can access any video, any topic on YouTube or any other site anytime. But अगर हम इंडिया की बात करें तो इंडिया इज नॉट अ डेवलप्ड नेशन येट. इंडिया इज स्टिल डेवलपिंग. अगर हम ओवरऑल डेटा या स्टेटिस्टिक्स की बात करें तो हमारे रूरल को तो एक साइड रख दो, जो अर्बन है आउट ऑफ देम ऑल्सो अगर हम स्टूडेंट्स की बात करें 69% ही स्टूडेंट्स ऐसे हैं जिनके घर में अपार्ट फ्रॉम हैविंग इंटरनेट एक्सेस ऐसे डिवाइसेस हैं जो कि उनको एजुकेशन में हेल्प कर सके. सो अगर हम इंडिया की ओवरऑल बात करें तो अभी भी वी हैव टू डू अ लॉट कि हर घर इंटरनेट एक्सेसिबल हो. मोरओवर लाइक कईयों के पास ऐसे फोन्स नहीं होंगे जो कि जूम ऐप उठा सकें या ऐसा कुछ सोर्स. सो फॉर इंडिया स्टिल वी हैव माइल्स टू गो so that this can be made common. ठीक है. So thank you Priyal for your views. तो ਇੱਕ ਤੁਸੀਂ ਗੱਲ ਕਹੀ ਵੀ ਕਈਆਂ ਦੇ ਕੋਲ ਤੇ ਇਦਾਂ ਦੇ ਡਿਵਾਈਸਿਸ ਆ ਕਿ ਉਹ ਐਜੂਕੇਸ਼ਨ ਦੇ ਵਿੱਚ ਵੀ ਸਾਨੂੰ ਹੈਲਪ ਕਰ ਸਕਦੇ ਆ. So can you make it clear कि what type of devices you are talking about and how they can help us in our studies? Okay. तो लाइक कई घरों में ऐसा हो जाता है कि रूरल एरियाज हैं जिन्होंने एंड्रॉयड फोन्स तो रखे हैं लेकिन उनकी हो सकता है कि वो सारे एप्स ना डाउनलोड कर सकें. ठीक है, कई रूरल एरियाज में ऐसे है कि ओके दे नो हाउ टू कॉल, हाउ टू रिसीव अ कॉल, और बट दे डोंट नो एक्चुअली हाउ टू असेस ऑल द साइट्स. दे माइट नॉट बी नोइंग हाउ टू लिंक फ्रॉम वन साइड टू अनदर. सो ऑन अ होल इंडिया में भी काफी प्रोग्रेस करनी बची हुई है कि ताकि हर एक इंसान को पता लगे कि इंटरनेट का यूज प्रॉपर्ली कैसे हो एजुकेशन में. सही. Thank you Priyal for your views and I appreciate your thinking and your
ਆਈਡੀਆਜ਼। ਸੋ ਮੈਂ ਅਗਲਾ ਰੁਖ ਕਰਦਾ ਵਾਂ ਆਪਣੇ BSc ਫਾਈਨਲ ਈਅਰ ਦੇ ਸਟੂਡੈਂਟ ਜੋ ਕਿ ਆਪਣੇ ਪੈਨਲ ਮੈਂਬਰ ਆ ਪੂਰਵਾ ਦੀ ਗੱਲ। ਸੋ ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ, ਜੇ ਆਪਾਂ ਕਲਾਸਰੂਮ ਐਜੂਕੇਸ਼ਨ ਨੂੰ ਵਰਚੁਅਲ ਐਜੂਕੇਸ਼ਨ ਨਾਲ ਰਿਪਲੇਸ ਕਰਤਾ ਪੋਸਟ ਕੋਵਿਡ ਐਰਾ ਦੇ ਵਿੱਚ, ਕੀ ਸਿਚੁਏਸ਼ਨ ਹੋਊਗੀ ਸਪੈਸ਼ਲੀ ਇੰਡੀਆ ਦੀ ਹਾਇਰ ਐਜੂਕੇਸ਼ਨ ਦੀ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਮੈਂ ਉਹਨਾਂ ਦਾ ਵਿਊ ਜਾਣਨਾ ਚਾਹੁੰਦਾ ਕਿ ਜੇ ਆਪਾਂ ਇੰਡੀਆ ਦੇ ਵਿੱਚ ਵਰਚੁਅਲ ਐਜੂਕੇਸ਼ਨ ਲੈ ਆਉਂਦੇ ਆ ਤੇ ਕਲਾਸਰੂਮ ਐਜੂਕੇਸ਼ਨ ਬਿਲਕੁਲ ਖਤਮ ਕਰ ਦਿੰਦੇ ਆ, ਤੇ ਕੀ ਸਿਚੁਏਸ਼ਨ ਹੋਊਗੀ ਹਾਇਰ ਐਜੂਕੇਸ਼ਨ ਸਟੱਡੀਜ਼ ਦੇ ਵਿੱਚ ਇੰਡੀਆ ਦੇ ਵਿੱਚ ਸਪੈਸ਼ਲੀ। आई थिंक ਇਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹੇਗਾ ਬੱਚਿਆਂ ਵਾਸਤੇ। ਲਾਈਕ ਕਿ ਜਦੋਂ ਆਪਾਂ ਕਦੀ ਕਦਾਰ ਦੇਖਦੇ ਹਾਂ ਕਿ ਮਤਲਬ ਆਪਾਂ ਹੋਸਟਲ ਹੀ ਹੁੰਦੇ ਆ ਤੇ ਆਪਾਂ ਬਾਰਿਸ਼ ਵਗੈਰਾ ਪੈ ਜਾਵੇ ਤਾਂ ਆਪਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਕਲਾਸਰੂਮ ਤੱਕ ਪਹੁੰਚਣ ਵਾਸਤੇ, ਜਾਂ ਜਦੋਂ ਜਿਹੜੇ ਲੋਕਲਾਈਟਸ ਆ ਜਦੋਂ ਬਾਰਿਸ਼ ਹੁੰਦੀ ਆ ਆਲਮੋਸਟ ਆਪਾਂ ਨੂੰ ਕਦੀ ਕਦਾਰ ਹੁੰਦਾ ਕਿ ਮਤਲਬ ਸੀਆਰਸ ਵਗੈਰਾ ਨੂੰ ਦਿੱਕਤ ਪੈਂਦੀ ਹੈ ਕਿ ਬੰਕ ਕਰਾਉਣਾ ਪੈਣਾ ਹੁਣ ਕਿ ਅੱਜ ਬਾਰਿਸ਼ ਪੈ ਗਈ। ਸਭ ਤੋਂ ਵੱਡੀ ਗੱਲ ਤਾਂ ਇਹੀ ਰਿਜ਼ੋਲਵ ਹੋ ਜਾਏਗੀ। ਠੀਕ ਹੈ, अपना मतलब कि बच्चों को कन्वीनियंस हो जाएगी कि वो जिथे भी ने अपना ऑनलाइन लेक्चर अटेंड कर सकते हैं। ठीक है। उस तो बाद दूसरी गल ये है कि अपने को रिकॉर्ड एंड रीप्ले सब तो वड्डी चीज जेड़ा आपां नूं मिल रहा है इत्थे। कदी कदार क्लास दे विच अपना मूड नहीं हुंदा या गल करन दा या मन पढ़न दा या आपां कंसंट्रेट नहीं कर पांदे उस लेवल नाल, ते ਇਹ ਚੀਜ਼ ਇਹਦੇ ਨਾਲ ਵੀ ਰਿਜ਼ੋਲਵ ਹੋ ਸਕਦੀ ਹੈ ਜੇ ਵਰਚੁਅਲ ਲਰਨਿੰਗ ਨਾਲ ਆਪਾਂ ਰਿਪਲੇਸ ਕਰ ਦਿੰਨੇ ਆ ਤਾਂ ਆਪਣੇ ਕੋਲ ਰਿਕਾਰਡ ਐਂਡ ਰੀਪਲੇ ਸਭ ਤੋਂ ਬੈਸਟ ਆਪਸ਼ਨ। ਠੀਕ ਹੈ। ਸੋ ਅਪੂਰਵਾ ਦੀ ਤੁਸੀਂ ਕਹਿ ਰਹੇ ਹੋ ਕਿ ਆਪਾਂ ਨੂੰ ਕਨਵੀਨੀਅੰਸ ਬੜੀ ਆ, ਆਪਾਂ ਹੋਸਟਲ ਦੇ ਵਿੱਚ ਰਹਿੰਦੇ ਆ। ਸੋ ਪ੍ਰੀਅਲ ਦੀ ਗੱਲ ਤੇ ਮੈਂ ਤੁਹਾਡਾ ਧਿਆਨ ਲੈ ਕੇ ਜਾਣਾ ਚਾਹੁੰਦਾ ਵੀ ਉਹ ਕਨਵੀਨੀਅੰਸ ਹਰ ਇੱਕ ਬੱਚੇ ਨੂੰ ਨਹੀਂ ਹੈਗੀ। ਸੋ ਉਸ ਚੀਜ਼ ਨੂੰ ਡੀਲ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਸੀ? ਇਹਦੇ ਵਿੱਚ ਆਪਾਂ ਜਿੱਦਾਂ ਹੁਣ ਮਤਲਬ ਮੈਂ ਪ੍ਰੀਅਲ ਨਾਲ ਕਾਫੀ ਹੱਦ ਤੱਕ ਐਗਰੀ ਕਰਦੀ ਆ, ਬਟ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਤਰੀਕ ਦੇ ਵਿੱਚ ਕਿਸੇ ਨੂੰ ਵੀ ਫੋਨ ਤੇ ਜਿਹੜੇ ਬੱਚੇ ਪੜ੍ਹ ਰਹੇ ਨੇ ਜਾਂ ਜਦੋਂ ਬੱਚੇ ਅੱਜ ਕੱਲ 6th ਕਲਾਸ ਦੇ ਬੱਚੇ ਨੇ ਜਿਨ੍ਹਾਂ ਦੇ ਕੋਲ ਆਪਣੇ ਫੋਨ ਨੇ ਤੇ ਉਹ ਫੋਨ ਤੇ ਪੜ੍ਹ ਰਹੇ ਨੇ ਇਸ ਵੇਲੇ, ਜਦੋਂ ਆਪਾਂ ਬੱਚਿਆਂ ਨੂੰ ਨੌਬਤ ਪਾਵਾਂਗੇ ਕਿ ਆਪਾਂ ਨੂੰ ਆਨਲਾਈਨ ਪੜ੍ਹਨਾ ਆ ਤੇ ਉਹ ਕਿਉਂ ਨਹੀਂ ਯੂਜ਼ ਕਰਨਗੇ ਇੰਟਰਨੈਟ, ਕਿਉਂ ਨਹੀਂ ਆਪਣੀ ਫੈਸਿਲਿਟੀ ਕਿਉਂ ਨਹੀਂ ਸਿੱਖਣਗੇ। ਠੀਕ ਹੈ। So thank you Apurva for your views, and so now I will turn towards Seher of BSc first year जो हजे नवे join कीते अपने institution ਨੂੰ chemistry department ਨੂੰ। ਸੋ ਇੱਕ ਚੀਜ਼ ਹੈ ਵੀ ਆਪਣੀ ਵਰਚੁਅਲ ਐਜੂਕੇਸ਼ਨ ਦਾ ਇੱਕ ਫਾਇਦਾ ਹੋ ਰਿਹਾ ਹੈ ਕਿ ਇਹ ਕੋਸਟ ਇਫੈਕਟਿਵ ਬਣੀ ਹੈ। ਇਹਦੇ ਤੇ ਕੀ ਵਿਚਾਰਾ ਸਹਿਰ ਤੁਹਾਡਾ? Hello, I hope I'm audible to everyone. Yeah, you are audible. You can speak. Definitely है, but country like India यहाँ इतना इंफ्रास्ट्रक्चर IT का नहीं है, प्लस टीचर्स जो कि पुराने हैं, they aren't I don't think they aren't very familiar with the all these laptops and all of that. इतनी technological access तो मैं नहीं कहूँगी, मतलब इतनी familiarity नहीं है कि they can actually record audio visual equipments के साथ इतने familiar नहीं है वो लोग। Cost effective definitely है, but हर एक चीज के pros and cons तो है ही है। Cost के साथ but we cannot definitely ignore other aspects too कि अगर ये cost effective है but साथ में इसका पे स्ट्रेस बहुत है, जैसे इट नॉट मिले सारा कुछ ही थ्रू टीच कर सको, एवरीथिंग कैन नॉट बी टॉट वर्चुअली। प्लस बाकी सोशलाइजिंग और जो ह्यूमन फेस टू फेस इंटरेक्शन है दैट वुड बी लैकिंग इफ मतलब सिर्फ कॉस्ट इफेक्टिव वाले एस्पेक्ट को ही हम ध्यान दें। Okay, thank you Sahel for your views and we appreciate your efforts and your views, and ਹੁਣ ਮੈਂ ਇੱਕ ਆਡੀਅנס ਨੂੰ ਜਨਰਲ ਗਾਈਡਲਾਈਨਸ ਦੇਣਾ ਚਾਹੁੰਦਾ ਹਾਂ ਕਿ ਜੇ ਕਿਸੇ ਨੂੰ ਕੋਈ ਕੁਐਸਚਨ ਹੈ ਕਿਸੇ ਵੀ ਮੈਂਬਰ ਪੈਨਲ ਨਾਲ ਜਾਂ ਮੇਰੇ ਨਾਲ, ਉਹ ਆਪਣਾ ਹੈਂਡ ਰੇਸ ਕਰ ਸਕਦੇ ਆ। ਇੱਕ ਆਪਸ਼ਨ ਅਵੇਲੇਬਲ ਆ ਪਾਰਟਿਸਿਪੇਸ਼ਨ ਲਿਸਟ ਦੇ ਵਿੱਚ ਹੈਂਡ ਰੇਸ ਕਰਨ ਦੀ, ਸੋ ਦੇ ਕੈਨ ਕਲਿੱਕ ਦੇਅਰ ਐਂਡ ਆਸਕ देयर ਕੁਐਸਚਨਸ। ਤੇ ਮੈਂ ਮੋਡਰੇਟਰ ਨੂੰ ਰਿਕੁਐਸਟ ਕਰੂੰਗਾ ਵੀ ਤੁਹਾਨੂੰ ਅਲਾਉ ਕਰੇ ਆਪਣਾ ਕੁਐਸਚਨ ਐਡਰੈਸ ਕਰਨ ਵਾਸਤੇ। ਸੋ ਇੱਥੇ ਇਹਦੇ ਵਿੱਚ ਹੀ ਇੱਕ ਕੁਐਸਚਨ ਆਇਆ, ਰੇਸ ਹੈਂਡ ਹੋਇਆ ਜਸਲੀਨ ਹੁੰਦਰਾ ਨੂੰ। ਸੋ ਆਈ ਰਿਕੁਐਸਟ ਮੋਡਰੇਟਰ ਟੂ ਪਲੀਜ਼ ਅਲਾਉ ਹਰ ਟੂ ਆਸਕ ਹਰ ਕੁਐਸਚਨ। ਹੈਲੋ ਜਸਲੀਨ।
Hello Yatin. So my question is कि जो ਆਪਾਂ डिस्कशन कर रहे हैं उसਦੇ बेसिस ਤੇ ਕਿ ਤੁਹਾਨੂੰ ਲੱਗਦਾ ਅੱਜ ਤੋਂ ਬਾਅਦ ਬੰਕਸ ਪੋਸੀਬਲ ਹੋਣਗੇ ਬਿਕਾਜ਼ ਅੱਗੇ ਬੰਕ ਕਰਨਾ ਪੋਸੀਬਲ ਸੀ ਬਟ ਹੁਣ ਤੁਹਾਨੂੰ ਲੱਗਦਾ ਕਿ ਕੋਈ ਵੀ ਡੇ ਐਸਾ ਜਾ ਸਕਦਾ ਕਿ ਟੀਚਰਸ ਅਲਾਉ ਕਰ ਦੇਣ ਬਿਕਾਜ਼ ਹੁਣ ਜੇ ਬੱਚੇ ਬੰਕ ਕਰਨਗੇ ਤਾਂ ਟੀਚਰਸ ਆਨਲਾਈਨ ਕਲਾਸਿਸ ਲੈਣਗੇ ਤੁਹਾਨੂੰ ਲੱਗਦਾ ਲੌਂਗ ਟਰਮ ਚੇਂजेस ਆਣਗੇ ਇਸ ਤੋਂ ਬਾਅਦ ਸੋ ਬੇਸਿਕਲੀ ਵੀ ਆਰ ਟਾਕਿੰਗ ਦੈਟ ਕਿ ਆਨਲਾਈਨ ਕਲਾਸਿਸ ਵਿੱਚ ਵੀ ਬੱਚੇ ਬੰਕ ਦਾ ਸੋਚ ਰਹੇ ਆ ਸੋ ਬਲਜਿੰਦਰ ਜੀ ਤੁਹਾਡਾ ਕੀ ਕਹਿਣਾ ਵਾ ਆਨਲਾਈਨ ਕਲਾਸਿਸ ਦੇ ਵਿੱਚ ਬੰਕ ਕੀਤਾ ਜਾ ਸਕਦਾ ਹੈ ਕਿ ਨਹੀਂ Actually, the fact is, मैं phase, I have crossed that phase, so I don't actually have an idea about the fact. क्योंकि हुन अपन इतनी classes लगाने आ, पहला 5 साल इधर सीखा कि we used to pay, so इधर होता कि यार हाँ चल class चले गए, नहीं चले गए, it's okay. But now the fact is, you have a break here, so I have a break here. In break here, you can't just let a day go. You have to study. So the thing about that bunk doesn't come in anymore. So I don't think that I'm a valid person to answer this. You should someone ask, who's still studying and all that. ਓਕੇ ਸੋ ਚਲੋ ਆਪਾਂ ਇਹਦੇ ਵਿੱਚ ਆਪਾਂ ਵਰਿਸ਼ਟੀ ਦੀ ਨੂੰ ਲੈ ਲੈਂਦੇ ਆ ਕਿ ਉਹਨਾਂ ਦਾ ਕੀ ਵਿਚਾਰ ਹੈ ਆਨਲਾਈਨ ਕਲਾਸਿਸ ਦੇ ਵਿੱਚ ਬੰਕ ਕੀਤਾ ਜਾ ਸਕਦਾ ਹੈ ਕਿ ਨਹੀਂ ਬਹੁਤ ਵਧੀਆ ਕੁਐਸਚਨ ਹੈ ਜਸਲੀਨ ਆਈ ਥੈਂਕਸ ਯੂ ਟੂ ਆਸਕਿੰਗ ਸਚ ਐਨ ਇੰਟਰਸਟਿੰਗ ਕੁਐਸਚਨ Thank you, Yatin. Thank you, Jasmini. I think it's actually a very brilliant question, and I think probably ज़्यादातर बच्चों का यही question होगा कि हम बंद तो कर ही सकते हैं, हम पे vigilance है जितनी देर online classes हैं. But I think at the same time it's also internet की वजह से everything is at our own disposal. हम अगर discipline set करते हैं, अगर हमने एक class miss की है, तो that resource is still available online. तो वो फायदा हो गया जो बंक पहले नहीं हो पा रहा था कि हमारा एक लेक्चर अगर मिस होता है तो वो बिल्कुल मिस ही हो गया था बट नाउ ये फायदा है कि the resource is still there so if you miss a class if someday you don't feel like studying you can anytime go back to that resource and extract कर सकते हो वो सारा जो हमने मिस कर लिया ਓਕੇ ਵਿਸ਼ਟੀ ਥੈਂਕ ਯੂ ਫॉर ਯੂਰ ਵਿਊਜ਼ ਸੋ ਆਪਾਂ ਬੜਾ ਜ਼ਿਆਦਾ ਗੌਰ ਕੀਤਾ ਇਸ ਬੰਕ ਵਾਲੀ ਚੀਜ਼ ਤੇ ਪਰ ਇਹਦੀ ਇੰਪੋਰਟੈਂਸ ਜਾਣਨ ਲਈ ਮੈਂ ਮਲਕੀਤ ਭਾਜੀ ਵੱਲ ਰੁਖ ਕਰਨਾ ਚਾਹੁੰਦਾ ਵੀ ਬੰਕ ਦੀ ਇੰਪੋਰਟੈਂਸ ਕੀ ਹੈ ਦੇਖੋ ਜੀ ਕਿਉਂ ਕਰਨਾ ਬੰਕ ਆਪਾਂ ਬੰਕ ਦੀ ਇੰਪੋਰਟੈਂਸ ਦੱਸਦਾ ਮੈਂ ਤੁਹਾਨੂੰ ਕਿ ਆਪਾਂ ਕਹਿੰਦੇ ਆ ਕਿ ਬੰਕ ਕਰਨਾ ਜੇ ਬੰਕ ਆਪਾਂ ਆਪਣੀ ਲਾਈਫ ਕਿਉਂ ਕਰਦੇ ਆ ਆਪਣੇ ਫੰਕਸ਼ਨ ਲਈ ਮੇਨਲੀ ਆਪਾਂ ਆਪਣੇ ਫੰਕਸ਼ਨ ਲਈ ਜਾਂ ਫ੍ਰੀ ਟਾਈਮ ਲਈ ਬੰਕ ਕਰਦੇ ਆ ਤੋ ਜੇ ਮੈਂ ਤੁਹਾਡੀ ਗੱਲ ਕਰਾਂ ਕਿ ਆਨਲਾਈਨ ਦੇ ਵਿੱਚ ਆਪਣੀ ਮਰਜ਼ੀ ਹੈ ਟੀਚਰ ਦੀ ਮਰਜ਼ੀ ਤਾਂ ਰਹਿ ਨਹੀਂ ਗਈ ਆਪਾਂ ਬੰਦ ਕਰਕੇ ਬੈਠ ਜਾਓ ਜੋ ਮਰਜ਼ੀ ਕਰਾਈ ਜਾਵੇ ਟੀਚਰ ਆਪਾਂ ਨੂੰ ਕੀ ਹੈ ਨਾ ਪਹਿਲੀ ਗੱਲ ਸੋ ਤੁਹਾਨੂੰ ਨਹੀਂ ਲੱਗਦਾ ਵੀ ਇੱਥੇ ਟੀਚਰ ਦੀ ਇੱਕ ਹਿਸਾਬ ਦੀ ਡਿਸਰਿਸਪੈਕਟ ਹੋ ਜਾਂਦੀ ਆ ਬੰਕ ਕਰਕੇ ਬੈਠੇ ਰਹੋ ਟੀਚਰ ਉਧਰ ਪੜ੍ਹਾ ਰਿਹਾ ਉਸੇ ਗੱਲ ਤੇ ਮੈਂ ਆ ਰਿਹਾ ਤੁਹਾਡੇ ਤੇ ਕਿ ਅਗਰ ਮੰਨ ਲਓ ਅਗਰ ਆਪਾਂ ਆਨਲਾਈਨ ਕਲਾਸਿਸ ਕਰਦੇ ਆ ਤਾਂ ਬੱਚਿਆਂ ਦੇ ਮਨਾਂ 'ਚ ਟੀਚਰ ਦੀ ਇੱਜ਼ਤ ਖਤਮ ਹੋ ਜਾਏਗੀ ਕਿਉਂਕਿ ਅਗਰ ਆਫਲਾਈਨ ਕਲਾਸ ਹੁੰਦੀ ਤਾਂ ਟੀਚਰ ਦੇ ਸਾਹਮਣੇ ਕਿੱਦਾਂ ਬੋਲਣਾ ਕਿੱਦਾਂ ਰਹਿਣਾ ਉਹ ਲਹਿਜਾ ਆਉਂਦਾ ਰਹਿਣੀ ਬਹਿਣੀ ਤੇ ਸਹਿਣੀ ਆਉਂਦੀ ਠੀਕ ਆ ਅਗਰ ਆਫਲਾਈਨ ਤੋਂ ਆਨਲਾਈਨ ਮੋਡ ਤੇ ਆਪਾਂ ਆਉਣੇ ਆ ਤਾਂ ਆਪਣੀ ਰਹਿਣੀ ਬਹਿਣੀ ਤੇ ਸਹਿਣੀ ਸਭ ਖਤਮ ਹੋ ਜਾਏਗੀ ਦੂਜੀ ਗੱਲ ਪੂਰਵਾ ਦੀ ਨੇ ਇੱਕ ਗੱਲ ਮੈਂ ਕਰਨਾ ਪੂਰਵਾ ਦੀ ਨੇ ਗੱਲ ਕੀਤੀ ਸੀ এনवायरमेंटल ਇਸ਼ੂ ਹੋਸਟਲ ਤੋਂ ਆਪਾਂ ਕਲਾਸਰੂਮ 'ਚ ਜਾਣਾ ਹੋਵੇ ਤਾਂ ਬਾਰਿਸ਼ ਆ ਜਾਂਦੀ ਹੈ ਤੇ ਆਪਾਂ ਘਰੇ ਬੈਠੇ ਕਲਾਸ ਲਗਾ ਸਕਦੇ ਹਾਂ ਉਹਦੇ ਤੇ ਮੈਂ ਥੋੜਾ ਜਿਹਾ ਚਾਨਣਾ ਪਾਉਣਾ ਚਾਹਾਂਗਾ ਕਿ ਅਗਰ ਬੱਚੇ ਨੂੰ ਬਾਹਰ ਦੀਆਂ ਆਫਤਾਂ ਨਾਲ ਲੜਨ ਦੀ ਜਾਚ ਹੀ ਨਾ ਆਈ ਉਹ ਅੱਜ ਦੇ ਕੰਪੀਟੀਸ਼ਨ ਦੇ ਦੌਰ 'ਚ ਕਿੱਦਾਂ ਸਰਵਾਈਵ ਕਰੇਗਾ ਸੋ ਪੂਰਵਾ ਦੀ ਤੁਹਾਡੇ ਲਈ ਬੜਾ ਵਧੀਆ ਕੁਐਸਚਨ ਹੈ ਕਿ ਬੱਚੇ ਨੂੰ ਮਤਲਬ ਕਿ ਮਲਕੀਤ ਭਾਈ ਦਾ ਕਹਿਣਾ ਵਾ ਕਿ ਆਪਾਂ ਨੂੰ ਟ੍ਰੈਡੀਸ਼ਨਲ ਐਜੂਕੇਸ਼ਨ ਜਿਹੜੀ ਕਲਾਸਰੂਮ ਐਜੂਕੇਸ਼ਨ ਆ ਉਹ ਆਪਾਂ ਨੂੰ ਮੁਸ਼ਕਿਲਾਂ ਨਾਲ ਲੜਨਾ ਸਿਖਾਉਂਦੀ ਹੈ ਸੋ ਵਰਚੁਅਲ ਲਰਨਿੰਗ ਇਸ ਚੀਜ਼ ਨਾਲ ਕਿੱਦਾਂ ਡੀਲ ਕਰੂਗੀ ਇਹ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਪੂਰਵਾ ਸ਼ੁਕਲਾ ਜੀ ਬੇਸਿਕਲੀ ਮਲਕੀਤ ਸਿੰਘ ਜੀ ਤੁਹਾਡੇ ਕੋਲ ਇਹ ਚੀਜ਼ ਜਾਣਨਾ ਚਾਹੁੰਦੇ ਸੋ ਆਈ ਵੁੱਡ ਲਾਈਕ ਟੂ ਇਨਵਾਈਟ ਯੂ ਟੂ ਸਪੀਕ ਔਨ ਦਿਸ ਵੈਸੇ ਮੈਂ ਤਾਂ ਇਹ ਗੱਲ ਕਹੂੰਗੀ ਕਿ ਇਹ ਜਿਹੜਾ ਆਪਣਾ ਪਾਰਟ ਆ ਨਾ ਇਹ ਮੋਰਲ ਵਾਲੇ ਹਿੱਸੇ ਦਾ ਹੈ ਠੀਕ ਹੈ ਕਿ ਆਪਾਂ ਆਪਣੀ ਜੋ ਵੀ ਸਟਰਗਲਸ ਵਗੈਰਾ ਉਹਨਾਂ ਨੂੰ ਕਰਦੇ ਆ ਪਰ ਮੈਂ ਇਸ ਪੁਆਇੰਟ ਨੂੰ ਹੱਲੇ ਵੀ ਫਰਦਰ ਇਹਨੂੰ ਹੀ ਪੁੱਟ ਫਾਰਵਰਡ ਕਰੂੰਗੀ ਕਿਉਂਕਿ ਦੇਖੋ ਆਪਾਂ ਤੇ ਚਲੋ ਹੋਸਟਲ ਦਾ ਤੇ ਆਪਣਾ ਫੇਰ ਡਿਸਟੈਂਸ ਘੱਟ ਆ ਜੇ ਆਪਾਂ ਹੁਣ ਜਿਹੜੇ ਲੋਕਲਾਈਟਸ ਆ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜੇ ਮੰਨ ਲਓ ਬਾਰਿਸ਼ ਪੈਂਦੀ ਹੋਵੇ ਤੇ ਉਹ ਆ ਸਕਦੇ ਆ ਮੈਂ ਨੋ ਡਾਊਟ ਹੈ ਮੈਂ ਮੰਨਦੀ ਹਾਂ ਕਿ ਆਪਾਂ ਨੂੰ ਪ੍ਰੋਬਲਮਸ ਨੂੰ ਫੇਸ ਕਰਨਾ ਸਿੱਖਣਾ ਚਾਹੀਦਾ ਬਟ ਵਾਟ ਇਫ ਜੇ ਉਹਨਾਂ ਦਾ ਇੱਕ ਵੀ ਲੈਕਚਰ ਮਿਸ ਹੋ ਗਿਆ ਉਹਨਾਂ ਤੋਂ ਕੋਈ ਆਪਸ਼ਨ ਨਹੀਂ ਨਾ ਰਹੀ ਮਤਲਬ ਕਿ ਹੁਣ ਬਾਰਿਸ਼ ਦੇ ਵਿੱਚ ਤੁਸੀਂ ਭਿੱਜਦੇ ਹੋਏ ਤਾਂ ਆ ਨਹੀਂ ਸਕਦੇ ਯੂ ਨੀਡ ਸਮ ਵਹੀਕਲ ਕਈਆਂ ਦੇ ਕੋਲ ਕਾਰਸ ਵੀ ਹੈਗੀਆਂ ਬਾਈਕ ਤੇ ਆਉਂਦੇ ਆ ਠੀਕ ਹੈ
ਸੋ ਇੱਕ ਤੋਂ ਮੇਰੇ ਕੋਲ ਤੇ ਇੱਕੋ ਹੀ ਆਂਦਾ ਵਾ ਕਿ ਸੋ ਬੇਸਿਕਲੀ ਮੈਂ ਅਪੂਰਵਾ ਜੀ ਦੇ ਜਿਹੜੇ ਫਰੈਂਡਸ ਦੇਖੇ, ਖਾਸ ਫਰੈਂਡਸ, ਉਹ ਲੋਕਲ ਰਾਈਟਸ ਆ। So she is keeping her issues actually. So she is right on her place. I appreciate her views. So ਅਗਲੀ ਗੱਲ ਕਰਦੇ ਹਾਂ ਕਿ ਜਦੋਂ ਬਲਜਿੰਦਰ ਦੀ ਬੜੇ ਐਕਸਪੀਰੀਅੰਸ ਆ, 5 ਸਾਲਾਂ ਦਾ ਉਹਨਾਂ ਨੂੰ ਐਕਸਪੀਰੀਅੰਸ ਆ ਕਲਾਸਰੂਮ ਐਜੂਕੇਸ਼ਨ ਦਾ। ਸੋ ਮੰਨ ਲਓ ਬਲਜਿੰਦਰ ਦੀ ਤੁਹਾਨੂੰ ਸਿਚੁਏਸ਼ਨ ਦਿੱਤੀ ਜਾਂਦੀ ਆ ਵੀ ਹਾਇਰ ਮਿਨਿਸਟਰੀ ਵੱਲੋਂ ਤੁਹਾਨੂੰ ਆਰਡਰ ਆਉਂਦਾ ਵਾ ਵੀ ਤੁਸੀਂ ਵਰਚੁਅਲ ਐਜੂਕੇਸ਼ਨ ਨੂੰ ਕਲਾਸਰੂਮ ਐਜੂਕੇਸ਼ਨ ਨਾਲੋਂ ਮੋਰ ਪਪੂਲਰ ਕਰਨਾ ਵਾ ਅਮੰਗ ਦ ਸਟੂਡੈਂਟਸ ਐਂਡ ਯੂ ਹੈਵ ਟੂ ਫਰੇਮ ਸਮ ਗਾਈਡਲਾਈਨਸ। ਕੀ ਫਰੇਮ ਕਰੋਗੇ ਤੇ ਕੀ ਤੁਹਾਡੇ ਵਿਊਜ਼ ਹੋਣਗੇ ਇਹਦੇ ਬਾਰੇ? ਤੁਸੀਂ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ, ਸੋ ਆਈ ਥਿੰਕ ਯੂ ਆਰ ਦ ਬੈਸਟ ਟੂ ਆਨਸਰ ਹਿਅਰ। ਆਪਣਾ ਮਾਈਕ ਔਨ ਕਰ ਲਿਓ ਪਲੀਜ਼, ਤੁਹਾਡਾ ਮਾਈਕ ਆਫ ਹੈ ਬਲਜਿੰਦਰ ਜੀ। ਹਾਂ ਯੈਸ। ਸੋ ਜਦੋਂ ਆਪਾਂ ਵਰਚੁਅਲ ਲਰਨਿੰਗ ਦੀ ਗੱਲ ਕਰਦੇ ਹਾਂ, ਸਪੈਸ਼ਲੀ ਗਾਈਡਲਾਈਨਸ, ਜਦੋਂ ਤੁਸੀਂ ਵਰਚੁਅਲ ਲਰਨਿੰਗ ਵੱਲ ਜਾ ਰਹੇ ਹੋ ਤਾਂ ਇਟਸ ਨੈਵਰ ਅਬਾਊਟ ਦ ਗਾਈਡਲਾਈਨਸ। ਤੁਸੀਂ ਆਪਣੀ ਮਰਜ਼ੀ ਨਾਲ ਪੜ੍ਹਦੇ ਹੋ, ਤੁਸੀਂ ਪੜ੍ਹਨਾ ਚਾਹੁੰਦੇ ਹੋ ਤੁਸੀਂ ਪੜ੍ਹ ਸਕਦੇ ਹੋ, ਤੁਸੀਂ ਨਹੀਂ ਪੜ੍ਹਨਾ ਚਾਹੁੰਦੇ ਤੁਸੀਂ ਨਹੀਂ ਪੜ੍ਹੋਗੇ, ਠੀਕ ਹੈ। ਸੋ ਇਟਸ ਲਾਈਕ ਜਦੋਂ ਗਾਈਡਲਾਈਨਸ ਦੀ ਗੱਲ ਆਉਂਦੀ ਹੈ ਤੁਸੀਂ ਸਪੈਸੀਫਿਕ ਕੁਝ ਰੂਲਸ ਐਂਡ ਰੈਗੂਲੇਸ਼ਨ ਨਹੀਂ ਲਗਾ ਸਕਦੇ। ਐਂਡ ਉਹੀ ਚੀਜ਼ ਦਾ 5 ਸਾਲ GNDU ਚ ਹੈਗਾ ਕਿ ਇਟਸ ਲਾਈਕ ਕਿ ਤੁਹਾਨੂੰ ਇੱਕ ਸਪੈਸੀਫਿਕ ਰੂਲਸ, ਤੁਹਾਡੇ ਉੱਤੇ ਕੋਈ ਸਪੈਸੀਫਿਕ ਚੀਜ਼ਾਂ ਲਾਗੂ ਕਰ ਦਿੱਤੀਆਂ ਜਾਂਦੀਆਂ, ਉਸ ਤੋਂ ਬਾਅਦ ਤੁਹਾਨੂੰ ਐਕਸਪੈਕਟ ਕੀਤਾ ਜਾਂਦਾ ਕਿ ਹਾਂ ਤੁਸੀਂ ਉਸ ਹਿਸਾਬ ਨਾਲ ਕੰਮ ਕਰੋ। ਬਟ ਅਗਰ ਤੁਹਾਨੂੰ ਰੂਲਸ ਹੀ ਚਾਹੀਦੇ ਆਪਣੇ ਆਪ ਨੂੰ ਚਲਾਉਣ ਵਾਸਤੇ, so that's not the whole point. You don't want to learn, you need rules at your head at every damn time so that you can make things work out for you. But that's the thing. Virtual learning ਗੱਲ ਆਉਂਦੀ ਹੈ, ਤੁਸੀਂ ਕਰੋ, just do it. ਅਗਰ ਨਹੀਂ ਕਰਨਾ ਚਾਹੁੰਦੇ ਇਟਸ ਓਕੇ। ਐਂਡ ਇੱਕ ਹੋਰ ਚੀਜ਼ ਜਦੋਂ ਆਉਂਦੀ ਹੈ, ਜਿਹੜੀ ਚੀਜ਼ ਮੋਸਟਲੀ ਬੱਚੇ ਇੱਥੇ ਕਹਿ ਰਹੇ ਕਿ ਹਾਂ ਬੰਕਸ ਐਂਡ ਆਲ ਦੈਟ ਸਟਫ, ਇਟਸ ਲਾਈਕ ਉਹ ਆਪਾਂ ਸਿਰਫ ਇਸ ਫੇਜ਼ ਵਿੱਚ ਗੱਲ ਕਰ ਰਹੇ ਕਿ ਹਾਂ ਹੁਣ ਕਰੋਨਾ ਵਾਇਰਸ ਦਾ ਫੇਜ਼ ਚੱਲ ਰਿਹਾ ਤੇ ਇਸ ਕਰਕੇ ਕਲਾਸਿਸ ਨਹੀਂ ਲੱਗ ਰਹੀਆਂ, ਵਰਚੁਅਲ ਲਰਨਿੰਗ ਹੋਏਗੀ। ਬਟ ਅਗਰ ਐਜ਼ ਅ ਹੋਲ ਤੁਸੀਂ ਲਓ virtual learning ਨੂੰ, ਤੁਹਾਡੇ ਕੋਲ ਇੰਨੇ ਸਾਰੇ ਸਰਟੀਫਿਕੇਟ ਕੋਰਸਿਸ ਆ, ਆਨਲਾਈਨ ਕੋਰਸੇਰਾ ਆ, ਇੰਨੀਆਂ ਸਾਰੀਆਂ ਵੈਬਸਾਈਟਸ ਆ, ਯੂ ਕੈਨ ਲਰਨ ਸਕਿੱਲਸ ਜਿਹੜੀਆਂ ਕਿ ਤੁਹਾਡੀ ਮੇਨ ਜੋ ਫੀਲਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹਦੇ ਨਾਲ, ਜਾਂ ਫਿਰ ਕੋਈ ਐਸਾ ਫੀਲ ਜਾਂ ਜਿਹਨੂੰ ਤੁਹਾਨੂੰ ਜਸਟ ਇੰਟਰਸਟ ਆ, ਸੋ ਯੂ ਜਸਟ ਗੋ देयर ਐਂਡ ਰੀਡ ਅਬਾਊਟ ਇਟ, ਠੀਕ ਹੈ। ਸੋ ਅਗਰ ਤੁਸੀਂ ਇਹਨੂੰ ਸਿਰਫ ਇਸ ਐਸਪੈਕਟ ਨਾਲ ਦੇਖੋਗੇ ਕਿ ਹਾਂ ਮਤਲਬ ਇਸ ਵੇਲੇ ਕਿੱਦਾਂ ਕਲਾਸਿਸ ਚੱਲ ਰਹੀਆਂ, ਆਨਲਾਈਨ ਹੈ ਕਿ ਹੋਆ ਕਲਾਸਰੂਮ ਆ, ਸਿਰਫ ਉਸ ਤਰੀਕੇ ਨਾਲ ਦੇਖੋ। ਤੁਸੀਂ ਬਾਹਰ ਨਿਕਲ ਰਹੇ ਹੋ, ਤੁਸੀਂ ਇਹਨੂੰ ਥੋੜੇ ਵਾਈਡਰ ਸਕੋਪ ਨਾਲ ਦੇਖੋ। ਠੀਕ ਹੈ। ਥੈਂਕ ਯੂ ਬਲਜਿੰਦਰ ਦੀ ਫॉर ਯੂਰ ਵਿਊਜ਼। ਸੋ ਮੈਂ ਰੁਖ ਕਰਨਾ ਚਾਹੂੰਗਾ ਵ੍ਰਿਸ਼ਟੀ ਦੀ ਗੱਲ ਵੀ ਮੇਰੇ ਦਿਮਾਗ 'ਚ ਇੱਕ ਚੀਜ਼ ਆਉਂਦੀ ਆ ਬਲਜਿੰਦਰ ਦੀ ਦੇ ਵਿਊਜ਼ ਤੋਂ ਕਿ ਜਦੋਂ ਆਪਾਂ ਵਰਚੁਅਲ ਐਜੂਕੇਸ਼ਨ ਵੱਲ ਨੂੰ ਰੁਖ ਕਰਦੇ ਹਾਂ ਤਾਂ ਬੱਚੇ ਦੇ ਵਿੱਚ ਡਿਸਿਪਲਿਨਸ ਐਂਡ ਡੈਡਲਾਈਨਸ ਚੀਜ਼ਾਂ ਖਤਮ ਹੋ ਜਾਂਦੀਆਂ। ਸੋ ਕੀ ਵਿਚਾਰ ਆ, ਜੇ ਬੱਚੇ ਦੀ ਲਾਈਫ 'ਚ ਡਿਸਿਪਲਿਨ ਹੀ ਨਹੀਂ ਹੈਗਾ ਤੇ ਕੀ ਫਾਇਦਾ ਇਸ ਚੀਜ਼ ਦਾ? जतिन काफी अच्छा पॉइंट है और मेरे दिमाग में ये पॉइंट स्टार्टिंग से ही था कि जो क्लासरूम लर्निंग होती है उसमें होता है आपको टाइम बाउंड होता है सब कुछ और सारा कुछ रूल्स एंड रेगुलेशंस के हिसाब से होता है, तो यू आर मोर डिसिप्लिन्ड एंड यू आर मोर सिंसियर टुवर्ड्स व्हाट यू आर लर्निंग एंड व्हाट यू हैव टू डू। मतलब वो एक तरह से हमें सेंस ऑफ ड्यूटी देते हैं कि ये हमारी ड्यूटी है, हमें ये फॉलो करना है, ये हमारा पैटर्न है एंड वी हैव टू स्टे विद इन द लिमिट। दिस नॉट ओनली मतलब डिसिप्लिन को फॉलो करना भी आता है, बट एट द सेम टाइम वो सबलिमिनली हमारे बिहेवियर में इनकलकेट हो जाता है, सो दैट जब हम आगे बढ़ते हैं अपनी लाइफ में तो हमें रियलाइज होता है कि हर चीज के हमें एक लिमिट्स के साथ ही रहना चाहिए, सो दैट हम मोर ऑर्गेनाइज्ड और प्रैक्टिकल वे में चीजें कर सकते हैं। तो डिसिप्लिन खत्म नहीं हो रहा है मेरे ख्याल से। जब डेडलाइंस और डिसिप्लिन या रूल्स होते हैं तो वो हमें इवन मोर सिंसियर बना देते हैं ताकि हम अपनी लाइफ मोर एफिशिएंटली मैनेज कर सकें। ठीक है, थैंक यू फॉर योर व्यूज ਵ੍ਰਿਸ਼ਟੀ ਜੀ। ਸੋ ਮਲਕੀਤ ਭਾਜੀ ਕੀ ਕਹਿਣਾ ਤੁਹਾਡਾ ਇਸ ਬਾਰੇ ਡਿਸਿਪਲਿਨ ਤੇ ਡੈਡਲਾਈਨਸ ਦੇ? ਡਿਸਿਪਲਿਨ ਤੇ ਡੈਡਲਾਈਨਸ ਖਤਮ ਹੋ ਜਾਂਦੇ? ਡਿਸਿਪਲਿਨ ਤੇ ਤਾਂ ਮੈਂ ਇਹੀ ਕਹਾਂਗਾ ਕਿ ਖਤਮ ਹੋ ਜਾਵੇਗਾ। ਇਹਦੀ ਜਲਦੀ ਐਗਜ਼ਾਮਪਲ ਤੁਹਾਨੂੰ ਦਵਾਂ ਕਿ ਇੱਕ ਵਿਅੰਗ ਵੀ ਹੋ ਜਾਏਗਾ। ਤੋ ਜਿਵੇਂ ਕਹਿ ਲਓ ਕਿ ਆਪਣੇ ਪਿੱਛੇ ਜਿਹੀ ਘਟਨਾ ਹੋਈ ਕਿ ਇੱਕ ਨਿਹੰਗ ਸਿੰਘ ਵੱਲੋਂ ASI ਦਾ ਹੱਥ ਵੱਢ ਦਿੱਤਾ ਗਿਆ, ਤੇ ਕਰਫਿਊ ਲਗਾਇਆ ਸੀ ਤੇ ਉਹਦਾ ਹੱਥ ਵੱਢ ਦਿੱਤਾ ਗਿਆ, ਤੇ ਉਹਨਾਂ ਨੂੰ ਕੋਈ ਵੀ ਘਟਨਾ ਹੋਈ ਜਾਂ ਕਿਵੇਂ ਅੰਦਰ ਆਉਣ ਤੋਂ ਰੋਕਿਆ, ਪਾਸ ਮੰਗਿਆ ਜਾਂ ਕੁਛ ਵੀ ਕੀਤਾ, ਤਾਂ ਉੱਥੋਂ ਆਪਣੇ ਇੱਕ ਵੇਖਿਆ ਜਾਵੇ ਆਪਣੇ ਦੇਸ਼ ਦੀ ਮੈਂਟੈਲਿਟੀ। ਇੱਕ ਮਿੰਟ, ਆਪਣੇ ਦੇ ਵਿੱਚ ਇੱਕ ਕੁਐਸਚਨ ਆਇਆ ਹੈ ਕਿ ਸ਼ੁਭਮ ਲਤਾ ਜੀ ਵੱਲੋਂ ਇੱਕ ਕੁਐਸਚਨ ਪੁੱਛਣ ਦੀ ਮੰਗ ਕੀਤੀ ਗਈ ਹੈ, ਸੋ ਆਈ ਵੁੱਡ ਲਾਈਕ ਟੂ ਰਿਕੁਐਸਟ ਮੋਡਰੇਟਰ ਟੂ ਪਲੀਜ਼ ਅਲਾਉ ਹਿਮ ਟੂ ਆਸਕ ਹਰ ਕੁਐਸਚਨ। ਹੈਲੋ ਸ਼ੁਭਮ। Hello Shubham, how are you? Hello, am I audible? Yes, you are audible. How are you, Shubham?
I'm good. Yatin, I want to ask you that what are we going to do about this labs card chemistry labs, particularly talking about chemistry? What I am going to do about chemistry lab? What are we? If there is such. Okay. Let me introduce a virtual labs idea. HRD Ministry has launched a virtual lab website. You may not be accessible or you may not be knowing about that. HRD Ministry ने virtual labs ਦਾ ਇੱਕ provision ਲਾਇਆ ਹੋਇਆ ਵਾ, ਠੀਕ ਹੈ ਜੀ। ਤੁਸੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਿੰਨੀ ਦੇਰ ਬੰਦਾ ਆਪਣੇ ਹੱਥ ਤੋਂ ਐਕਸਪੈਰੀਮੈਂਟ ਨਹੀਂ ਪਰਫਾਰਮ ਕਰਦਾ ਉਹਨੂੰ ਨਹੀਂ ਸਮਝ ਲੱਗਣਾ, ਪਰ ਬਿਲਕੁਲ ਨਹੀਂ ਦੇਖਣਾ ਤੇ ਬਿਲਕੁਲ ਨਾ ਪਰਫਾਰਮ ਕਰਨ ਨਾਲੋਂ ਚੰਗਾ ਵਾ ਕਿ ਆਪਾਂ ਕੁਝ ਦੇਖ ਰਹੇ ਹਾਂ, ਕੁਝ ਸਿੱਖ ਰਹੇ ਹਾਂ। HRD ਮਿਨਿਸਟਰੀ ਜਿਹੜੀ ਆ IITs ਦੇ ਨਾਲ ਕੋਲੈਬੋਰੇਸ਼ਨ ਕਰਕੇ ਇੱਕ ਵਰਚੁਅਲ ਲੈਬ ਦਾ ਕਨਸੈਪਟ ਸ਼ੁਰੂ ਕੀਤਾ ਵਾ, ਜਿਹਦੇ ਵਿੱਚ IITs ਦੇ ਪ੍ਰੋਫੈਸਰ ਜਿਹੜੇ ਆ ਆਪਣੇ ਐਕਸਪੈਰੀਮੈਂਟਸ ਰਿਕਾਰਡ ਕਰਕੇ ਉਹਦੇ ਤੇ ਪੋਸਟ ਕੀਤੇ ਹੋਏ ਆ। ਤੇ ਉਹਨਾਂ ਨੇ ਇੱਕ ਸੌਫਟਵੇਅਰ ਵੀ ਬਣਾਇਆ ਵਾ ਜਿੱਥੇ ਤੁਸੀਂ ਕੰਪਿਊਟਰਾਈਜ਼ਡ ਵੇ ਨਾਲ ਆਪਣਾ ਐਕਸਪੈਰੀਮੈਂਟ ਵੀ ਪਰਫਾਰਮ ਕਰ ਸਕਦੇ। ਸੋ ਬਹੁਤ ਵਧੀਆ ਕੁਐਸਚਨ ਸ਼ੁਭਮਤਾ, ਆਈ ਥੈਂਕਸ ਯੂ ਕਿ ਤੁਸੀਂ ਹਿੰਮਤ ਕੀਤੀ ਕੁਐਸਚਨ ਪੁੱਛਣ ਦੀ। ਸੋ ਅਪੂਰਵਾ ਜੀ, ਮੈਂ ਤੁਹਾਨੂੰ ਇਸ ਤੁਹਾਡੇ ਵਿਊਜ਼ ਜਾਣਨਾ ਚਾਹੂੰਗਾ ਇਸ ਚੀਜ਼ ਬਾਰੇ ਕਿ ਹਾਊ ਇਨ ਵਰਚੁਅਲ ਐਜੂਕੇਸ਼ਨ ਟਾਈਮਸ ਹਾਊ ਵੀ ਵਿਲ ਡੀਲ ਵਿਦ ਦ ਲੈਬਸ, ਬਿਕੋਜ਼ ਆਪਾਂ ਹਰ ਇੱਕ ਚੀਜ਼ ਨੂੰ ਧਿਆਨ 'ਚ ਰੱਖਦੇ ਪਏ ਹਾਂ, ਸੋਸ਼ਲ ਸਾਇੰਸ ਨੂੰ ਤੇ ਸਾਇੰਸ ਨੂੰ, ਤੇ ਸਾਇੰਸ ਦੇ ਵਿੱਚ ਲੈਬ ਵਰਕ ਇਜ਼ ਮੋਰ ਇੰਪੋਰਟੈਂਟ। I agree with you. The way you have said that they are producing virtual labs. So I really like that idea that virtual labs are going to be part of our study. क्योंकि ਆਪਾਂ ਇਹ ਚੀਜ਼ ਪਹਿਲਾਂ ਵੀ ਨੋਟਿਸ ਕੀਤੀ ਆ ਕਿ ਕਈ ਵਾਰੀ ਆਪਾਂ ਨੂੰ ਆਪਰੇਟਰਸ ਹੀ ਨਹੀਂ ਮਿਲਦਾ ਲੈਬ 'ਚ। Some usually it happens like in BSc, in MSc and all we get our complete stuff. Okay, but ਆਪਾਂ ਜਦੋਂ ਦੋ ਜਾਣੇ ਐਕਸਪੈਰੀਮੈਂਟ ਕਰਦੇ ਆ, ਤਿੰਨ ਜਾਣੇ ਐਕਸਪੈਰੀਮੈਂਟ ਕਰਦੇ ਆ, ਉਸ ਤੋਂ ਬੈਟਰ ਨਹੀਂ ਹੋਗਾ ਕਿ ਜੇ ਹਰ ਇੱਕ ਬੰਦੇ ਕੋ ਆਪਣੀ ਵਰਚੁਅਲ ਲੈਬ ਹੋਏਗੀ, ਠੀਕ ਹੈ, ਤੇ ਉਹ ਇੰਡੀਵਿਜੂਅਲੀ ਕਰ ਸਕਦੇ ਹੋ। ਠੀਕ ਹੈ, ਸੋ ਤੁਹਾਡਾ ਮੰਨਣਾ ਹੈ ਕਿ ਹੱਥ ਨਾਲੋਂ ਐਕਸਪੈਰੀਮੈਂਟ ਕਰਨਾ ਦੇਖ ਕੇ ਜਾਂ ਕੰਪਿਊਟਰਾਈਜ਼ਡ ਐਕਸਪੈਰੀਮੈਂਟਸ ਆਰ ਮੋਰ ਪ੍ਰੈਫਰਡ। ਸੋ ਫਿਰ ਮੈਂ ਰੁੱਖ ਕਰਦਾ ਇਸ਼ਿਤਾ ਕੋਚਰਵਾਲ, ਆਪਣੇ MSc ਫਸਟ ਈਅਰ ਦੇ ਸਟੂਡੈਂਟ। ਸੋ ਤੁਹਾਡਾ ਕੀ ਵਿਊ ਹੈ ਇਸ਼ਿਤਾ ਇਸ ਵਰਚੁਅਲ ਈ ਲਰਨਿੰਗ ਦੇ ਵਿੱਚ ਲੈਬਸ ਬਾਰੇ? मेरे ख्याल में लैब खुद काम करना चाहिए, क्योंकि ਆਪਾਂ ਆਪਣੀ ਸਟੇਟਸ ਕਰ ਦਿੰਦੇ ਆ, ਜੋ ਆਪਣੇ ਟੀਚਰਸ ਫਿਰ ਆਪਾਂ ਨੂੰ ਸਮਝਾਉਂਦੇ ਕਿ ਇਦਾਂ ਨਹੀਂ ਇਦਾਂ ਕਰਨਾ ਹੈ। ਵਰਚੁਅਲ ਲੈਬ 'ਚ ਆਪਾਂ ਜਿੱਦਾਂ ਕੀਤਾ ਆਪਾਂ ਨੂੰ ਕੋਈ ਇੰਨਾ ਸਮਝਾਉਣ ਵਾਲਾ ਨਹੀਂ ਹੈਗਾ ਕਿ ਪ੍ਰੋਬਲਮ ਕੀ ਹੋਈ, ਆਪਾਂ ਨੂੰ ਕਿੰਨੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਮੇਰੇ ਖਿਆਲ ਨਾਲ ਤਾਂ ਖੁਦ ਹੱਥ ਨਾਲ ਕੰਮ ਕਰਨਾ ਬੈਟਰ ਹੈ ਵਰਚੁਅਲ ਲੈਬਸ ਲਈ। Okay, thank you for your views, Ishita. So here we have one query from Ritu Goyal. I think apne Ritu ma'am the query hai, so I would request the moderator to please allow her. Hello Ritu ma'am. Hello everyone. Hello Ritu ma'am. Hi. I think a very nice discussion is going on, and I just wanted to bring in notice two things. First is that when we talk about virtual learning, we're talking about two things. One is active learning and another one is passive learning. Learning as in the teacher is also online and they are doing a video class, and he or she is able to see, what the students are, who all are attending, and there is time for the class, being given assignments. If you are given an assignment or you're, let's say asked to answer a question, you are able to share your screen and tell the teacher. So that's a live kind of a thing. And the another type is the passive learning, wherein, there's a course, you can do it whenever you are free in your own sweet time. There's no fixed time. जब हम एक्टिव वाली की बात करते हैं तो उसमें डिसिप्लिन भी चाहिए, फिर डेडलाइन भी होगी, राइट, और उसमें अटेंडेंस का भी होगा और सब कुछ होगा, और आप बंक करोगे तो टीचर को पता चल जाएगा, राइट। लेकिन जब हम पैसिव की बात कर रहे हैं तो उसमें यस ऑफ कोर्स आप शायद सुबह 11 बजे उठो और आप अपने टाइम पे, कोई लेट नाइट वो कोर्स ले रहा है, कोई अपने टाइम पे ले रहा है। When we talk about all these things, we also need to specify कि we're talking about the active part of it or the passive part of it. Okay, that's a good point we have to keep. So basically ਆਪਾਂ ਗੱਲ ਕਰਦੇ ਹਾਂ ਐਕਟਿਵ ਤੇ ਪੈਸਿਵ ਲਰਨਿੰਗ ਬਾਰੇ। ਸੋ ਪ੍ਰਿਯਲ, ਐਕਟਿਵ ਤੇ ਪੈਸਿਵ ਲਰਨਿੰਗ ਦੇ ਵਿੱਚ ਤੁਹਾਡਾ ਕੀ ਵਿਚਾਰ ਆ? ਮੈਡਮ ਦੇ ਪੁਆਇੰਟਸ ਆਫ ਵਿਊ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਸਟੇਟਮੈਂਟ ਤੇ? It was a nice point which ma'am said right now.
एक्टिव लर्निंग नो डाउट उसमें डिसिप्लिन होगा, बट अपार्ट फ्रॉम मेयर डिसिप्लिन ऑफ अटेंडिंग हाउ टू अटेंड अ क्लास, हाउ टू बी एक्टिव इन अ क्लास, और भी बहुत सारी चीजें होती हैं जो कि हम टीचिंग के दौरान सीखते हैं. इन टुडेज एरा हमारे पास बहुत, हर बच्चे के ऊपर ही बहुत स्ट्रेस होता है, एंजाइटी होती है, देयर आर बहुत ऐसा स्टफ होता है जो कि वी कैन नॉट शेयर इवन विद आवर फ्रेंड्स, इवन विद आवर पेरेंट्स. तो उस कई बार उन प्रॉब्लम्स को डील करने के लिए वी नीड to talk about it to our teachers. So that is not possible if in case of virtual classes. So for that we cannot call teachers anytime or anywhere. For that a face-to-face conversation is necessary. So okay. Thank you Priyal for your views, and now I should move towards Seher. So Seher ਨੂੰ ਮੈਂ ਦੇਖ ਰਿਹਾ ਬੜੀ ਦੇਰ ਤੋਂ ਬੜੀ ਟੈਂਸ ਜੀ ਲੱਗ ਰਹੀ ਆ. ਸੋ Seher ਕੀ ਵਿਚਾਰ ਹੈ ਤੁਹਾਡਾ ਕਿ ਕਿਹੜੀਆਂ ਟੈਨਸ਼ਨਾਂ ਨੇ ਤੁਹਾਨੂੰ ਇਸ ਟਾਈਮ ਮਾਰ ਲਿਆ ਵਰਚੁਅਲ ਲਰਨਿੰਗ? ਤੁਹਾਡੀਆਂ ਵੀ ਕਲਾਸਾਂ ਚੱਲਦੀਆਂ ਹੋਣਗੀਆਂ ਆਨਲਾਈਨ ਕਲਾਸਿਸ, ਸੋ ਕੀ ਵਿਊਜ਼ ਨੇ? ਆਨਲਾਈਨ ਕਲਾਸਿਸ ਗੋਇੰਗ ਔਨ. what is your experience or what you want to say in case of virtual learning? I am not completely in favor of virtual learning because definitely traditional जो हमारे methods हैं, that is face to face interaction, I think that is better. I mean it complement कर सकता है virtual learning, but definitely it cannot replace it overall. Like in a country like India, हमारे यहाँ पे major chunk of population जो है वो remote areas में रहते हैं. They might not have the equipments like laptops, mobile phones. Plus उससे आगे तो connection की बात आती है. हर एक के पास वाईफाई, मोबाइल डेटा और ये सब अवेलेबल नहीं होता. प्लस यूनिवर्सिटीज में भी डिजिटल डिवीजन है. कई अब जैसे IITs है, IITs के पास पूरा इंफ्रास्ट्रक्चर है कि वो वर्चुअल क्लास, और उनके एक्चुअली में अभी एग्जाम्स भी हो रहे हैं, असाइनमेंट्स भी वो लोग टेकअप कर रहे हैं. दिल्ली में भी ये सेम चीज हो रही है. बट यूनिवर्सिटी लाइक DNDU हमारी ले लो फॉर एग्जाम्पल, हमारी तो कोई ऑनलाइन क्लास भी नहीं होती. असाइनमेंट तो चलो दूर की ही बात है. वी आर नेवर गिवन एन असाइनमेंट, हमें सिर्फ नोट्स मिल जाते हैं. तो बेसिकली मुझे तो यहाँ पे ना क्लासरूम लर्निंग से कोई इतना कोई बेनिफिट मिल रहा है, वर्चुअल तो हो ही नहीं रही है. इट इज ऑल मतलब कह सकते हैं अपनी पढ़ाई डाल रहे हैं. तो अपने जूनियर मोस्ट ਮੈਂਬਰ ਜਿਹੜੇ ਕਿ ਪੈਨਲ ਦੇ ਜੂਨੀਅਰ ਮੋਸਟ ਮੈਂਬਰ ਆ BSc ਫਸਟ ਈਅਰ ਦੇ, ਉਹਨਾਂ ਦਾ ਕਹਿਣਾ ਵਾ ਕਿ ਉਹਨਾਂ ਨੂੰ ਇੱਥੇ ਨਾ ਵਰਚੁਅਲ ਲਰਨਿੰਗ ਦਾ ਫਾਇਦਾ ਹੋ ਰਿਹਾ ਵਾ ਤੇ ਨਾ ਕਲਾਸਰੂਮ ਲਰਨਿੰਗ ਦਾ. ਸੋ ਕੀ ਆਈਡੀਆ ਹੈ ਜਾਂ ਕੀ ਤੁਹਾਡੇ ਕੋਲ ਵਿਚਾਰ ਹੈ ਬਲਜਿੰਦਰ ਦੀ ਇਹਨਾਂ ਬਾਰੇ, ਜੋ ਆਪਣੇ ਫਸਟ ਈਅਰ ਦੇ ਬੱਚੇ ਇਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਤੁਸੀਂ? ਕਿਉਂਕਿ ਨਾ ਇਹਨਾਂ ਨੂੰ ਕਲਾਸਰੂਮ ਲਰਨਿੰਗ ਦਾ ਫਾਇਦਾ ਹੋ ਰਿਹਾ ਵਾ ਜਾਂ ਆਪਣੇ ਵਰਚੁਅਲ ਲਰਨਿੰਗ ਦਾ ਫਾਇਦਾ ਹੋ ਰਿਹਾ, ਤੇ ਆਪਣਾ ਆਉਣ ਵਾਲਾ ਫਿਊਚਰ ਵੀ ਇਹ ਆ. ਸੋ ਆਪਣੇ ਆਉਣ ਵਾਲੇ ਦੇਸ਼ ਦੇ ਫਿਊਚਰ ਦੇ ਨਾਲ ਖਿਲਵਾੜ ਹੋ ਰਿਹਾ ਕਹਿ ਸਕਦੇ ਆਪਾਂ. So I want to like to know your views on this. Actually ਅਸੀਂ ਮੈਂ ਤਾਂ 5 ਸਾਲ ਬਾਅਦ ਮਤਲਬ ਪੜ੍ਹ ਕੇ ਵੀ ਇਹੀ ਗੱਲ ਕਹੂੰਗੀ ਕਿ ਹਾਂ ਮੇਰੇ ਨਾਲ ਵੀ ਬਹੁਤ ਹੱਦ ਤੱਕ ਖਿਲਵਾੜ ਹੋ ਗਿਆ. ਸੋ GNDU ਜੋ ਚੀਜ਼ ਹੁੰਦੀ ਹੈ, you get the notes and you just go out there and study. ਸੋ ਤਾਂ ਹੀ ਮੈਂ ਉਹ ਚੀਜ਼ ਤੇ ਜ਼ਿਆਦਾ ਐਮਫੈਸਿਸ ਦੇ ਰਹੀ ਹਾਂ ਕਿ ਤੁਸੀਂ ਖੁਦ ਨੂੰ ਬੋਲੋ ਕਿ ਹਾਂ ਤੁਹਾਨੂੰ ਤੁਸੀਂ ਪੜ੍ਹਨਾ ਹੈ. ਔਰ ਬੈਚਲਰਸ ਫਸਟ ਈਅਰ मतलब ਤੁਸੀਂ अगर अपने courses search करो ਤੁਹਾਡਾ ਹਰ course almost ਤੁਹਾਨੂੰ ਹਰ ਜਗ੍ਹਾ ਮਿਲ ਜਾਏਗਾ. Why don't you just go out there and study? You don't need a teacher at your head to teach you at every time. और वैसे भी जितना ਦੇ ਸਾਡੇ departments is like they teach you, but it's like at the same time you have to put in a lot of self study also at the same time. ਤੁਹਾਨੂੰ most of the times ਮੈਂ ਅਗਰ ਆਪਣੇ 45 lectures ਦੀ ਗੱਲ ਕਰਾਂ ਇੱਕ semester ਵਿੱਚ, out of them most of the 30 lectures ਚ ਮੈਂ zoned out ਹੁੰਦੀ ਸੀ. ਮੈਨੂੰ ਨਹੀਂ ਪਤਾ ਹੁੰਦਾ ਸੀ class ਕੀ ਹੋ ਰਿਹਾ. ਠੀਕ ਹੈ. So it's like and it's like शायद सिर्फ मेरा केस है. अगर ਤੁਸੀਂ टॉपर्स ਨੂੰ ਪੁੱਛੋ ਤਾਂ maybe they don't zone out, but मैं ਉੱਥੇ ਉਹੀ ਚੀਜ਼ ਕਹਿਣਾ ਚਾਹੁੰਦੀ ਹਾਂ. like ਅਗਰ ਤੁਹਾਡੇ ਕੋਲ ਇਸ ਵੇਲੇ resources ਨਹੀਂ ਹੈਗੇ, rather than putting on the blame on other people, why don't you just take things in your own hand? Do your work, you got your notes, all that stuff, just go out there and study. Why do you need people to do stuff for you? Okay, thank you Baljinder ji for your views. Thank you so much for your views, and your views are so much important for Seher, and be careful to that Seher. Don't blame on resources. Okay. So okay. So I want to ask the panel one thing. कि ਆਪਾਂ ਨੂੰ ਸਾਰਾ ਕੁਝ ਸਾਰਾ ਇਨਫਰਾਸਟ੍ਰਕਚਰ ਆਪਣਾ ਤਿਆਰ ਰੱਖਣਾ ਚਾਹੀਦਾ ਹੈ ਇਹਦੇ ਤੋਂ ਬਾਅਦ, ਕਿਉਂਕਿ ਹੁਣ ਤੇ ਆਪਾਂ ਨੂੰ ਪਤਾ ਨਹੀਂ ਸੀ ਵੀ ਆਪਣੇ ਤੇ ਇੱਡੀ ਵੱਡੀ ਵਿਪਤਾ ਆ ਜਾਣੀ ਆ, ਤੇ ਨਾ ਹੀ ਆਪਾਂ ਇਸ ਸਿਚੁਏਸ਼ਨ ਨੂੰ ਲਰਨਿੰਗ ਨੂੰ ਲੈ ਕੇ ਇਸ ਸਿਚੁਏਸ਼ਨ ਨੂੰ ਇਸ ਚੀਜ਼ ਨਾਲ ਲੜਨ ਲਈ ਤਿਆਰ ਸੀ.
ਸੋ ਕੀ ਲੱਗਦਾ ਕੀ ਵਿਊਜ਼ ਹੈ ਤੇ ਕਿੱਦਾਂ ਆਪਾਂ ਇਸ ਇਨਫਰਾਸਟ੍ਰਕਚਰ ਨੂੰ ਚੇਂਜ ਕਰ ਸਕਦੇ ਹਾਂ, ਕੀ ਤੁਹਾਡੇ ਵਿਊਜ਼ ਨੇ? ਇਹ ਸਾਰੇ ਮੈਂਬਰ ਪੈਨਲਸ ਨੂੰ, ਮੇਰਾ ਪੈਨਲ ਮੈਂਬਰ ਜਿਹੜੇ ਆਪਣੇ ਮੈਂਬਰਸ ਨੇ ਉਹਨਾਂ ਨੂੰ ਕਾਮਨ ਕੁਐਸਚਨ, ਸੋ ਜਿਹੜਾ ਮਰਜ਼ੀ ਆਨਸਰ ਕਰ ਸਕਦਾ। ਸੋ ਇਸ ਵਿੱਚ ਯਤਿਨ ਮੈਂ ਬਲਜਿੰਦਰ ਦੀ ਦੇ ਥੋੜੇ ਜਿਹੇ ਵਿਊਜ਼ ਨੂੰ ਦੁਬਾਰਾ ਕਰਨਾ ਚਾਹਾਂਗਾ ਕਿ ਉਹਨਾਂ ਨੇ ਕਿਹਾ ਕਿ ਆਨਲਾਈਨ ਦੇ ਵਿੱਚ ਆਪਾਂ ਨੂੰ ਟੀਚਰਸ ਦੀ ਲੋੜ ਨਹੀਂ ਹੈਗੀ, ਮਤਲਬ ਕਿ ਆਪਾਂ ਆਪਣਾ ਕਰ ਸਕਦੇ। ਤਾਂ ਇਸ ਵਿੱਚ ਥੋੜਾ ਜਿਹਾ ਕਹਾਂਗੇ ਕਿ ਅਗਰ ਫਿਊਚਰ 'ਚ ਮੰਨ ਲਓ ਆਨਲਾਈਨ ਸਟੱਡੀ ਹੁੰਦੀ ਹੈ ਤਾਂ ਮੰਨ ਲਓ ਸਾਰਾ ਕੁਝ ਆਨਲਾਈਨ ਹੋ ਰਿਹਾ, ਤਾਂ ਜੇ ਇੱਥੇ ਇੱਕ ਗੱਲ ਕਹੀਏ ਕਿ ਮਨੁੱਖ ਦੀ ਜ਼ਿੰਦਗੀ ਦੀ ਲਾਈਫ ਦੀ, ਤਾਂ ਫਿਰ ਪੈਦਾਇਸ਼ ਵੀ ਫਿਰ ਤਾਂ ਆਨਲਾਈਨ ਹੋ ਸਕਦੀ ਹੈ, ਕਿਉਂਕਿ ਫਿਰ ਡਾਕਟਰਸ ਵਾਸਤੇ, ਨਰਸਿਸ ਵਾਸਤੇ ਉਹਨਾਂ ਨੂੰ ਪ੍ਰੈਕਟੀਕਲ ਦੀ ਜ਼ਰੂਰਤ ਹੈ, ਮਤਲਬ ਕਿ ਵਰਚੁਅਲ ਲਰਨਿੰਗ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਪ੍ਰੈਕਟੀਕਲ ਲਰਨਿੰਗ ਦੀ ਜ਼ਰੂਰਤ ਹੈ। ਤਾਂ ਇਸ ਲਈ ਜੇ ਅਗਰ ਉਸ ਵਿੱਚ ਆਪਾਂ ਮਾਹਿਰ ਹਾਸਲ ਕਰਨੀ ਹੈ ਡਾਕਟਰੀ ਪੇਸ਼ੇ ਦੇ ਵਿੱਚ, ਜਿੱਥੇ ਕਿ ਕਿਸੇ ਇਨਸਾਨ ਦੀ ਜਾਨ ਬਚਾਈ ਜਾਂਦੀ ਹੈ, ਤਾਂ ਇੱਥੇ ਤਾਂ ਆਪਾਂ ਕਿਸੇ ਵਿਅਕਤੀ ਦਾ ਭਵਿੱਖ ਬਚਾ ਰਹੇ ਹਾਂ, ਉਹਦੀ ਸਾਰੀ ਸ਼ਖਸੀਅਤ ਦੀ ਜਾਨ ਬਚਾ ਰਹੇ ਹਾਂ। ਤੇ ਇੱਕ ਦੂਜੀ ਗੱਲ ਕਿ ਮੈਂ ਖੁਦ ਦੀ ਗੱਲ ਦੱਸਦਾ, ਮੇਰੇ ਨਾਲ ਖੁਦ ਬੱਚੇ ਪੜ੍ਹਦੇ ਹੁੰਦੇ ਸੀ, ਉਹਨਾਂ ਨੂੰ ਹੁੰਦਾ ਸੀ ਕਿ ਮੈਂ ਇਸ ਟੀਚਰ ਵਰਗਾ ਬਣਨਾ, ਟੀਚਰ ਨੂੰ ਦੇਖ ਕੇ ਕਹਿੰਦੇ ਸੀ ਕਿ ਮੈਂ ਟੀਚਰ ਵਰਗਾ ਬਣਨਾ। ਹਾਂ ਠੀਕ ਹੈ। ਘਰ ਦੇ ਵਿੱਚ ਅਗਰ ਮੰਨ ਲਓ ਬੈਕਵਰਡ ਏਰੀਆ ਵਿੱਚ ਕੋਈ ਰਹਿੰਦਾ ਤਾਂ ਉਹ ਆਪਣੇ ਆਲੇ ਦੁਆਲੇ 'ਚ ਉਹਨਾਂ ਲੋਕਾਂ ਨੂੰ ਹੀ ਦੇਖੇਗਾ। ਆਨਲਾਈਨ ਤੇ ਠੀਕ ਆ, ਆਪਣੀ ਸੋਚ ਦੇ ਅਕੋਰਡਿੰਗ ਉਹ ਦੇਖ ਸਕਦਾ। ਜੇ ਆਪਾਂ ਕਹੀਏ ਖੂਹ ਦਾ ਡੱਡੂ ਖੂਹ 'ਚ ਹੀ ਰਹੇਗਾ, ਜੇ ਉਹਨੂੰ ਆਸੇ ਪਾਸੇ ਖੂਹ ਦਿਖਾਈ ਦੇ ਰਿਹਾ, ਪਹਿਲੀ ਗੱਲ ਕਿ ਬੱਚੇ ਨੂੰ ਪਤਾ ਹੀ ਨਹੀਂ ਕਿ ਮੈਂ ਆਨਲਾਈਨ ਕਿੱਦਾਂ ਦੇਖਣਾ, ਤਾਂ ਸਟਾਰਟਿੰਗ ਤੋਂ ਹੀ ਆਪਾਂ ਅਗਰ ਆਨਲਾਈਨ ਕਰ ਦਈਏ ਤਾਂ ਬੱਚੇ ਨੂੰ ਕੀ ਪਤਾ ਕਿ ਮੈਂ ਕਿੱਧਰ ਨੂੰ ਜਾਣਾ। ਸਟਾਰਟਿੰਗ ਤੇ ਆਪਾਂ ਆਫਲਾਈਨ ਸਟੱਡੀ ਕਰਵਾਉਣੇ ਬੱਚੇ ਨੂੰ, ਟੀਚਰ ਉਹਨੂੰ ਗਾਈਡ ਕਰਦਾ, ਇੱਕ ਗੁਰੂ ਆਪਣੇ ਚੇਲੇ ਨੂੰ ਗਾਈਡ ਕਰਦਾ। ਦੂਜੀ ਗੱਲ ਤੁਸੀਂ ਮਲਕੀਤ ਭਾਜੀ, ਮੈਂ ਤੁਹਾਨੂੰ ਇਸ ਚੀਜ਼ ਦੇ ਵਿੱਚ ਇੰਟਰਪਟ ਕਰਨਾ ਚਾਹੁੰਦਾ। ਤੁਸੀਂ ਕਿਹਾ ਵੀ ਬੱਚਾ ਜਿਹੜਾ ਵਾ ਉਹ ਟੀਚਰ ਦੇ ਨੂੰ ਦੇਖ ਕੇ ਉਹਦੇ ਤੋਂ ਇਨਸਪੀਰੇਸ਼ਨ ਲੈਂਦਾ। ਸੋ ਕਈ ਬੱਚੇ ਇਦਾਂ ਦੇ ਆ ਜਿਹੜੇ ਫਿਲਮ ਸਟਾਰਸ ਤੋਂ ਇਨਸਪੀਰੇਸ਼ਨ ਲੈ ਲੈਂਦੇ ਆ, ਪਰ ਉਹ ਫਿਲਮ ਸਟਾਰਸ ਨੂੰ ਮਿਲਦੇ ਨਹੀਂ। ਕਈ ਸਪੋਰਟਸ ਪਰਸਨਸ ਤੋਂ ਇਨਸਪੀਰੇਸ਼ਨ ਲੈਂਦੇ, ਪਰ ਉਹ ਸਪੋਰਟਸ ਪਰਸਨ ਨੂੰ ਮਿਲਦੇ ਨਹੀਂ। So why not teachers? Why not students can take inspiration from teachers online? ਤੋ ਇਹਦੇ 'ਚ ਵੀ ਗੱਲ ਕਰਾਂ ਮੈਂ ਤੁਹਾਡੀ ਕਿ ਜਿਵੇਂ ਤੁਸੀਂ ਕਹਿੰਦੇ ਕਿ ਸਪੋਰਟਸਮੈਨ ਤੋਂ ਜਾਂ ਜਿਹਨੂੰ, ਪਰ ਉਹਨੇ ਦੇਖਿਆ ਤਾਂ ਹੈ ਨਾ ਉਸਨੂੰ, ਤੇ ਟੀਚਰ ਨੂੰ ਆਨਲਾਈਨ ਵੀ ਦੇਖਿਆ ਹੀ ਹੈ, ਪ੍ਰੈਕਟੀਕਲ ਵਰਕ ਨੂੰ ਦੇਖਿਆ ਕਿ ਨਹੀਂ। ਟੀਚਰ ਨੂੰ ਆਨਲਾਈਨ ਦੇਖਿਆ, ਠੀਕ ਹੈ ਦੇਖਿਆ, ਮੈਂ ਟੀਚਰ ਨੂੰ ਦੇਖ ਰਹੇ ਆਪਾਂ, ਪਰ ਮੈਂ ਇਹਦੇ ਵਿੱਚ ਕੁਝ ਕਰ ਰਿਹਾ, ਆਪਣਾ ਯੋਗਦਾਨ ਪਾ ਰਿਹਾ ਕਿ ਨਹੀਂ। See, I will like to interrupt here. मैं एक गल पूछना चाहनी हूँ, why do we need, मतलब कि ਆਪਾਂ ਲੋਕ ਹਮੇਸ਼ਾ ਕਿਉਂ ਇਹ ਕਹਿੰਦੇ ਆ ਕਿ we need rules, ਇੰਡੀਆ 'ਚ ਏਦਾਂ ਨਹੀਂ, ਇੰਡੀਆ 'ਚ ਓਦਾਂ ਨਹੀਂ। ਜੇ ਆਪਾਂ ਪਹਿਲ ਨਹੀਂ ਕਰਾਂਗੇ ਤਾਂ ਆਪਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਇਹ ਸਕਸੀਡ ਕਰੂਗਾ ਕਿ ਨਹੀਂ ਕਰੂਗਾ। ਆਪਾਂ ਕਹਿ ਰਹੇ ਆ ਕਿ ਬਾਹਰਲੇ ਨਿਆਣੇ ਏਦਾਂ, ਬਾਹਰਲੇ ਨਿਆਣੇ ਏਦਾਂ ਹੁੰਦੇ, ਉੱਥੇ ਏਦਾਂ ਪੜ੍ਹਾਈ, ਉੱਥੇ ਏਦਾਂ ਪੜ੍ਹਾਈ। ਅੱਜ ਆਪਾਂ IIT ਨਾਲ ਕੰਪੇਅਰ ਕਰ ਰਹੇ ਸੀ ਕਈ ਬੱਚੇ, ਆਪਾਂ ਕਿਉਂ ਆਪਣੇ ਇੰਸਟੀਟਿਊਟ ਨੂੰ IIT ਨਹੀਂ ਬਣਾ ਸਕਦੇ? ਜੇ ਆਪਾਂ ਬੱਚੇ ਮਿਹਨਤ ਕਰੀਏ। नो लाइक बिल्कुल सही पॉइंट रखा है। क्यों नहीं GNDU ਨੂੰ ਹੀ IIT ਬਣਾ ਦਿੱਤਾ ਜਾਵੇ? ਸੋ that is a very good question। ਤੇ ਸ਼ਹਿਰ ਨੇ ਬਹੁਤ ਜ਼ਿਆਦਾ IIT ਦਾ ਨਾਮ ਲਿੱਤਾ ਕਿ ਉਹਨਾਂ ਦਾ ਇਨਫਰਾਸਟ੍ਰਕਚਰ ਬੜਾ ਵਧੀਆ ਵਾ। ਸੋ ਕੀ ਵਿਚਾਰ ਹੈ ਕਿੱਦਾਂ ਬਣਾਇਆ ਜਾਵੇ ਸ਼ਹਿਰ IIT ਆਪਣੇ ਨੂੰ? You can take help of Baljinder ji. I like to invite her also to speak on this ਕਿ ਕਿੱਦਾਂ IIT ਦਾ ਇਨਫਰਾਸਟ੍ਰਕਚਰ GNDU ਦੇ ਵਿੱਚ ਲਿਆਇਆ ਜਾਵੇ। ਓਕੇ, ਜਦੋਂ ਆਪਾਂ ਇੱਕ ਵਰਚੁਅਲ ਲਰਨਿੰਗ ਪਲੇਟਫਾਰਮ ਦੀ ਗੱਲ ਕਰਦੇ ਹਾਂ ਤਾਂ ਜਦੋਂ ਕੋਈ ਯੂਨੀਵਰਸਿਟੀ ਇੱਕ ਵਰਚੁਅਲ ਲਰਨਿੰਗ ਪਲੇਟਫਾਰਮ ਬਣਾਉਂਦੀ ਹੈ ਆਪਣਾ, ਉਹਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਲੱਗਦੀ ਹੈ। ਯੂ ਕੈਨ ਜਸਟ ਸਟਾਰਟ a virtual learning platform overnight. You have to put in investment. और जिथे तक आप जिथे तक GNDU की गल करती, the problem is not with the people or all that stuff. The problem, you know, it starts with the government. You don't get research funds, you are not getting funds for, you know, building up the infrastructure and all that stuff. So जब एक virtual learning platform की गल करनी तो वो, you know, funding की गल ਉਹਦੇ ਵਿੱਚ ਵੀ ਆ ਜਾਂਦੀ ਆ। So it's like you can't do that overnight. और ਜਦੋਂ उसकी IITs की गल करते हैं कि हाँ IITs you know बच्चों ਨੂੰ ਇੰਨੀਆਂ ਸਾਰੀ facilities ਮਿਲ ਰਹੀਆਂ। I've seen people in my class as well. They were learning the same stuff as we were learning it, but they still, you know, went on to do great things or good things with their life. So it's not, it's high time, you know. So basically ਆਪਾਂ ਨੂੰ ਬਲਜਿੰਦਰ ਦੀ views ਤੋਂ ਇਹ ਪਤਾ ਲੱਗਦਾ ਕਿ the IITs and GNDU that doesn't make any sense। ਵੀ ਤੁਸੀਂ ਸਿੱਖਣਾ ਤੇ ਕਿਤੇ ਵੀ ਸਿੱਖ ਲੈਣਾ।
ਭਾਵੇਂ ਵਰਚੁਅਲ ਲਰਨਿੰਗ that's actually not the point. GNDU is different from IITs, and ਆਪਾਂ ਤੁਹਾਨੂੰ ਪਤਾ ਉਹ ਵਾਲਾ ਇਮੋਸ਼ਨਲ ਫੈਕਟਰ ਲੈ ਕੇ ਨਹੀਂ ਚੱਲ ਸਕਦੇ ਇੱਥੇ ਕਿ ਹਾਂ it's a GNDU is our university, so we are not supposed to talk bad about it. The fact is funding is a problem. I was there in Chandigarh. I just went to an institute, and it was run by the French government. So one day I went to an institute that was run by the Indian government, or you can say Indian people, and the other day I went to the one that was being run by the French government. So the difference is there in funding. They have more resources to teach you, they have better things to teach, so it is actually funding. You can't actually have that outlook ki ha si university nu bura nahi bol sakte, so you have to do things. ਇਹਦੇ ਵਿੱਚ ਹੀ ਆਪਣੇ ਇੱਕ ਪਾਰਟਿਸਪੈਂਟ ਦਾ ਕੁਐਸਚਨ ਆਇਆ ਵਾ, ਸ਼ੈਰੀ ਨਾਮ ਕਿਸੇ ਦਾ ਪਾਰਟਿਸਪੈਂਟ ਦਾ ਕੁਐਸਚਨ ਆਇਆ, so I would request the moderator to please allow him to ask his query. हेलो एवरीवन, यतिन मेरा क्वेश्चन ये है कि आए ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਪਲੀਜ਼ ਸਪੀਕ। ਜਿੱਦਾਂ ਆਪਾਂ ਤੁਹਾਨੂੰ ਪਤਾ ਹੈ ਕਿ ਆਪਾਂ ਨੂੰ ਵਰਚੁਅਲ ਲਰਨਿੰਗ ਬਹੁਤ ਹੈਲਪਫੁਲ ਹੈਗੀ ਹੈ, ਬਟ ਆਪਾਂ ਇਸ ਤੋਂ ਜ਼ਿਆਦਾ ਆਪਾਂ ਸਕਰੀਨ ਦਾ ਯੂਜ਼ ਕਰਦੇ ਹਾਂ ਵਰਚੁਅਲ ਲਰਨਿੰਗ 'ਚ, ਤਾਂ ਮਤਲਬ ਕਈ ਸਟੂਡੈਂਟਸ ਦੇ ਹੋ ਸਕਦਾ ਕਿ ਉਹਨਾਂ ਨੂੰ ਕੁਝ ਪ੍ਰੋਬਲਮ ਆਉਂਦੀ ਹੋਵੇ, ਉਹਨਾਂ ਦੀ ਆਈਜ਼ ਤੇ ਆਪਾਂ ਨੂੰ ਪਤਾ ਕਿ ਉਹ ਸਕਰੀਨ ਜ਼ਿਆਦਾ ਯੂਜ਼ ਕਰਾਂਗੇ ਉਹਨਾਂ ਨੂੰ ਆਈਜ਼ ਤੇ ਕਿੰਨਾ ਇਫੈਕਟ ਪੈਂਦਾ ਇਸ ਚੀਜ਼ ਦਾ, ਤਾਂ ਕਈ ਸਟੂਡੈਂਟਸ ਨੂੰ ਇਹ ਇਫੈਕਟ ਜ਼ਿਆਦਾ ਫੇਸ ਕਰਨਾ ਪੈਂਦਾ, ਤਾਂ ਉਹਦੇ ਲਈ ਕੋਈ ਸੋਲੂਸ਼ਨਸ ਮਤਲਬ ਕੀ ਆਪਾਂ ਦੇ ਸਕਦੇ? ਸੋ ਪਲੀਜ਼ ਮੈਂਬਰਸ ਕੋਈ ਇਸ ਕੁਐਸਚਨ ਦੇ ਉੱਤੇ ਆਨਸਰ ਕਰਨਾ ਚਾਹੋ? ਮਲਕੀਤ ਭਾਜੀ। ਦੇਖੋ ਜੀ, ਇਹ ਵੀ ਮੇਰਾ ਪੁਆਇੰਟ ਆਫ ਡਿਸਕਸ਼ਨ ਸੀਗਾ ਇੱਕ ਵਰਚੁਅਲ ਲਰਨਿੰਗ ਦੇ ਨੁਕਸਾਨ ਲਈ, ਕਿ ਹੈਲਥ ਇਸ਼ੂਜ਼ ਵੀ ਆਉਂਦੇ ਆ ਉਸ ਵਿੱਚ ਨਾ। ਸੋ ਆਪਣੇ ਇੱਕ ਪੈਨਲ 2-3 ਪੈਨਲ ਮੈਂਬਰਸ ਤੇ ਇਦਾਂ ਦੇ ਹੀ ਆ, ਪ੍ਰਿਯਲ ਸ਼ਰਮਾ ਵੀ, ਸਹਿਰ, ਅਪੂਰਵਾ ਦੀ ਐਂਡ ਬਲਜਿੰਦਰ ਕੌਰ। ਸੋ ਮੋਰ ਦੈਨ 50 to 60% ਮੈਂਬਰਸ ਜਿਹੜੇ ਆ ਉਹ ਲਾਉਂਦੇ ਆਪਣੇ ਕਲਾਸਿਸ ਲਗਾਉਂਦੇ ਆ। ਸੋ they will face some issues. Many of the students are facing these major issues. So ki in the ki I don't think I actually please continue, pehle aap bolo. It's okay, I guess Ritu ma'am is saying something. No? Okay, I would like to invite participant 2. He want to ask some question. He has not written his name, so I allow him to join, please. Participant 2, hello. Okay, nobody is listening to me. Who is participant 2? This question is how we deal with exams in virtual learning. So she has sent her question by means of chat. I think she is feeling shy. So let's discuss her question. ਆਪਾਂ virtual learning ਦੇ ਵਿੱਚ exams ਨਾਲ ਕਿੱਦਾਂ ਡੀਲ ਕਰਾਂਗੇ, ਇਹਦੇ ਤੇ ਆਪਾਂ ਚਰਚਾ ਸ਼ੁਰੂ ਕਰੀਏ। ਤੋਂ ਪਹਿਲਾਂ ਮੈਂ ਸਾਰੇ ਪਾਰਟਿਸਪੈਂਟਸ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਕੁਐਸਚਨਸ ਤੇ ਡਿਸਕਸ਼ਨਸ ਲੈ ਕੇ ਸਾਹਮਣੇ ਆ। ਆਪਣੇ ਪੈਨਲ ਮੈਂਬਰ ਤੇ ਕੁਝ ਆਪਣੇ ਐਕਸਪੀਰੀਅੰਸਡ ਮੈਂਬਰਸ ਜਿਹੜੇ ਵਿੱਚ ਬੈਠੇ ਆ, ਤੁਸੀਂ ਆਪਣੀ ਕੋਈ ਵੀ ਕਿਊਰੀ, ਕੋਈ ਵੀ ਆਪਣਾ ਕੁਐਸਚਨ ਲੈ ਕੇ ਆ ਸਕਦੇ ਆ ਸਾਹਮਣੇ, ਤਾਂ ਕਿ ਇਸ ਟਾਕ ਸ਼ੋ ਨੂੰ ਬੋਰਿੰਗ ਨਾ ਬਣਾਇਆ ਜਾਵੇ। ਸੋ ਪਲੀਜ਼ ਕਮ ਫਾਰਵਰਡ ਟੂ ਆਸਕ ਯੂਰ ਕੁਐਰੀਜ਼। ਸੋ ਬਲਜਿੰਦਰ ਦੀ ਵੱਲ ਰੁਖ ਕਰਦੇ ਆ ਫਿਰ ਦੁਬਾਰਾ ਤੋਂ, ਕਿਉਂਕਿ ਮੈਂ ਜ਼ਿਆਦਾ ਰੁਖ ਤੁਹਾਡੇ ਵੱਲ ਤਾਂ ਕਰ ਰਿਹਾ ਕਿਉਂਕਿ ਤੁਹਾਨੂੰ ਐਕਸਪੀਰੀਅੰਸ ਸਾਰਿਆਂ ਨਾਲੋਂ ਜ਼ਿਆਦਾ ਵਾ ਇੱਥੇ। ਸੋ ਮੈਂ ਇਹ ਪੁੱਛਣਾ ਚਾਹੁੰਦਾ ਵੀ ਪਾਰਟਿਸਪੈਂਟ 2 ਦੀ ਇੱਕ ਕਿਊਰੀ ਹੈ ਕਿ ਵਰਚੁਅਲ ਲਰਨਿੰਗ ਦੇ ਐਰਾ ਦੇ ਵਿੱਚ ਆਪਾਂ ਐਗਜ਼ਾਮਸ ਨੂੰ ਕਿੱਦਾਂ ਡੀਲ ਕਰਾਂਗੇ? Okay, ਜਦੋਂ exams ਦੀ ਗੱਲ exams normally ਇਸ ਵੇਲੇ GND ਚ ਕਿਦਾਂ ਦੇ ਹੋ ਰਿਹਾ? You go 3 ਘੰਟੇ ਦਾ exam ਹੁੰਦਾ ਹੈ, ਤੁਸੀਂ long answer type question ਦੇ answers ਲਿਖਦੇ ਹੋ, ਇਹੀ ਸਭ ਕੁਝ ਹੋ ਰਿਹਾ। So it's like ਉਹੀ ਸਭ ਕੁਝ ਉਹ ਕ੍ਰਾਮ ਕੀਤਾ, you just go over them put it। ਬਹੁਤ ਘੱਟ exams ਐਸੇ ਆਉਂਦੇ ਜਿਹਦੇ ਵਿੱਚ it's like you have to actually put in your brain, ਔਰ ਜਦੋਂ ਤੁਸੀਂ ਆਪਣਾ brain put ਕਰਨਾ ਹੁੰਦਾ mostly answers ਛੋਟੇ ਹੁੰਦੇ ਆ, ਔਰ ਅਗਰ ਲੰਬੇ ਵੀ ਆ ਤਾਂ it's like ਤੁਸੀਂ ਉਹ ਸਭ ਚੀਜ਼ਾਂ online laptop ਤੇ type ਕਰਕੇ ਕਰ ਸਕਦੇ ਹੋ। So it's like ਅਗਰ ਤੁਸੀਂ written papers ਨੂੰ ਅਗਰ ਤੁਸੀਂ ਉਹ ਕਰ ਸਕੋ, ਰਿਪਲੇਸ ਕਰ ਸਕੋ ਵਰਚੁਅਲ ਐਗਜ਼ਾਮ ਦੇ ਨਾਲ, ਉਹ ਬੈਟਰ ਅੱਛੇ, ਕਿਉਂਕਿ ਯੂ ਕੈਨ ਮੇਕ ਕੁਇਜ਼ਸ, ਤੁਸੀਂ ਕੁਇਜ਼ਸ ਲੈ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਮਤਲਬ ਇਹਦੇ ਵਿੱਚ ਜ਼ਿਆਦਾ ਡਿਫਰੈਂਸ ਹੀ ਹੈ, ਯੂ ਜਸਟ ਹੈਵ ਟੂ ਇਵੈਲੂਏਟ ਦ ਕਿਡ। ਸੋ ਇਵੈਲੂਏਸ਼ਨ ਕਿਸੇ ਵੀ ਬੇਸਿਸ ਤੇ ਕੀਤੀ ਜਾ ਸਕਦੀ ਹੈ, ਯੂ ਡੋਨਟ ਹੈਵ ਟੂ ਰਾਈਟ ਇਟ ਤੁਹਾਡੇ ਕਹਿਣ ਦਾ ਮਤਲਬ ਆ ਕਿ ਸਬਜੈਕਟਿਵ ਤੇ ਆਬਜੈਕਟਿਵ ਟਾਈਪ ਨਾਲ the main focus is to evaluate a child. Yeah. So ਉਹ ਤੁਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ। ਠੀਕ ਹੈ। ਸੋ ਇਹਦੇ ਵਿੱਚ ਹੀ ਆਈ ਥਿੰਕ ਇੱਕ ਹੈਂਡ ਰੇਸ ਹੋਇਆ ਵਾ,
Okay, Ritu ma'am should be allowed to ask question. Hello Ritu ma'am. Yeah, hello everyone. Actually, first of all, I'd like to answer the question which was going on about exams. Yeah. तो जो बलजिंदर ने बोला, you know, taking it forward, like the kind of exams that we are doing, frankly, personally, I don't feel they solve any purpose rather than just cramming and, you know, pouring it out, just as she said. जो exams हैं future में. I don't agree to that. Okay, wait, I agree to that. So the point is, जो हमारा orientation है वो हो जाएगा. You must have heard of open book exams. First is open book exam. So अगर question जो है वो application based होंगे, उनका answer आप किसी book में directly find नहीं कर सकते. अगर आपने even अपने आगे book खोली हुई है, if you've opened the book, if you have opened Google even, you know, it is not a direct question, which is question teacher कहीं से उठा नहीं पाएंगे कि हाँ जी हमने बस you know explain और या कुछ question उठाया net से कहीं से और हमने डाल दिया. Teachers को भी अपना brain apply करना पड़ेगा क्वेश्चन डालते हुए कि वो क्वेश्चन एप्लीकेशन बेस्ड है, आपकी एनालिसिस रिक्वायर करता है, दैट यू एनालाइज द प्रॉब्लम, एंड वो कहीं पे पुराना यूज नहीं हुआ हुआ है क्वेश्चन, तो अपना दिमाग लगा के ओरिजिनल क्वेश्चंस बनाने पड़ेंगे. दैट इज वन एस्पेक्ट, ताकि इवन इफ देयर इज ओपन बुक. सेकंड एस्पेक्ट इज द यूज ऑफ एआई, आर्टिफिशियल इंटेलिजेंस. तो आई जस्ट लाइक टू शेयर माय एक्सपीरियंस कि जब रिक्रूटमेंट्स होती हैं, आजकल हमने देखा है कि ट्रेंड्स जो हैं, पर्सनल इंटरव्यू हम पहले फेस टू फेस देखते थे रिक्रूटमेंट्स में, दैट हैज बीन रिप्लेस्ड बाय वर्चुअल इंटरव्यूज. नाउ हाउ डू दे डू दैट? आपका कैमरा ऑन है, आपको क्वेश्चन सामने आए पे और आपने वो क्वेश्चन पढ़ते ही यू विल बी गिवन 30 seconds of thinking time and you have to speak out your answer or type your answer, and the whole thing is being recorded ताकि आप चीटिंग ना कर पाओ. तो ऐसे एआई के थ्रू ऐसे प्लेटफॉर्म्स, ऐसे एप्स ऑलरेडी आ चुके हैं जो एग्जामिनेशंस ऐसे परमिट करते हैं करना, एंड इट इज पॉसिबल. सो आई वुड नाउ इनवाइट एनीवन एल्स who would like to add something. Okay, thank you for your views, ma'am. We appreciate your ideas of artificial intelligence and open book exams. So next query from Shiksha Kaushal, our ex-DR of the department. So I would like to invite her. Please, moderator, allow her to ask the question. Hello, Shiksha Di. Hello everyone. Hello, Shiksha Di. Am I audible? आवाज आ रही है? Yes, more than enough. Okay. मेरा क्वेश्चन एक्चुअली रितु मैम ने आंसर कर ही दिया. मेरा था कि अगर जो एग्जामिनेशंस है वो भी ऑनलाइन हो जाएंगे, वर्चुअल हो जाएंगे, तो would it be fair? I mean, exams वो cheating वाला factor I want to discuss. वो मैम ने कर दिया आंसर. Okay. Means you depend on cheating, right? You want to cheat? No, in exams. I don't know. Okay. I don't. That's why I asked. Okay. Are you worried that you will be not allowed to cheat, or are you worried others will cheat? No, I don't. Just want to know about the cheating factor or. Okay. I want to answer this. There's an exam called TESOL, and it's an exam for the people who learn English. So they have to go. It's an exam for you to teach English outside of India. So it's an exam. It's an online exam. It's a really costly exam. It's about like 70,000-80,000 bucks. So it's an exam that's taken online. You have to do the multiple answers, and then you have to write an essay for like 800 words or something, and it all happens online. There's a teacher who's sitting there and just looking at you monitoring your body language and all that. So अगर अपन ये चीज कह रहे हैं कि हाँ अपन ऑनलाइन एग्जाम्स कर रहे हैं, तो at the same time ਸਾਨੂੰ ਉਹ 'ਚ ਵੀ इन्वेस्टमेंट लगानी पेगी कि ਸਾਡੇ ਕੋਲ ਇਦਾਂ ਦੇ trained professionals ਹੋਣ. You can just look at people and get an idea that whether they're cheating or not. So basically मेन ਗੱਲ ਆ कि ਆਪਣੇ ਕੋਲ ਤੇ ਪਹਿਲੀ ਗੱਲ ਤੇ ਇਨਵੈਸਟਮੈਂਟ ਵੀ ਆ ਜਾਂਦੀ ਹੈ ਨਾ, ਵੀ ਇਨਵੈਸਟਮੈਂਟ ਹੋਊਗੀ ਤੇ ਇੰਡੀਆ 'ਚ ਵੀ ਕੁਝ ਵੀ ਕੀਤਾ ਜਾ ਸਕਦਾ. So basically that was a good discussion. So ਮੈਂ ਸਾਰੇ ਮੈਂਬਰ ਪੈਨਲਸ ਨੂੰ ਰਿਕਵੈਸਟ ਕਰਦਾ ਵਾਂ ਕਿ ਆਪਣਾ ਇੱਕ ਬਰੀਫ ਸਾਰੇ ਆਪਣਾ ਦੇਣ ਕਿ ਕੀ ਵਿਊਜ਼ ਨੇ. ਆਪਣਾ ਜਿਹੜਾ ਮੇਨ ਟੌਪਿਕ ਆ ਉਹਦਾ ਕਨਕਲੂਜਨ ਕਰਨ ਵਾਸਤੇ I would like to know your views कि should virtual learning replace classroom education in post-COVID era? So we will start from Priyal Sharma. So what are your views? Just brief in the things. So in short,
virtual learning should not replace, but should be added along with classroom learning. Okay. In short, this is it. Because right now we don't have infrastructure or the professionals, as we have discussed. In short, we should resume with the classroom learning, but we should slowly and steadily equip ourselves with all these things so that we can make it possible for virtual learning to replace it in a while, but not now. ठीक. So next towards Malkeet Singh. So what are your views for you? तो मेरा भी यही कहना है प्रियल दे अकॉर्डिंग कि 70-30 रेशियो होनी चाहिए. Okay. 70 of what? 50-50 नहीं किया, 70-30 किया. 70% ट्रेडिशनल एंड 30% ऑनलाइन. Okay. ठीक है. Because ਇਹਦਾ ਇੱਕ ਛੋਟਾ ਜਿਹਾ ਰੀਜਨ ਕਿਉਂਕਿ ਅਗਰ ਆਪਾਂ ਇੱਕਦਮ ਹੀ ਇਦਾਂ ਕਰਦੇ ਆ ਤਾਂ ਪਹਿਲੀ ਗੱਲ ਤਾਂ ਦੇਖਿਆ ਜਾਵੇ ਤਾਂ ਰੁਜ਼ਗਾਰ ਖਤਮ ਹੋ ਜਾਏਗਾ. ਅਗਰ ਟੀਚਰ ਦਾ ਰੋਲ ਖਤਮ ਹੋ ਗਿਆ ਤਾਂ ਫਿਰ ਉਹਨਾਂ ਦੀ ਅਪਾਇੰਟਮੈਂਟ ਵੀ ਦੀ ਕੀ ਜ਼ਰੂਰਤ ਹੈ. ਨਹੀਂ ਉਹਦੇ ਵਿੱਚ ਤੇ ਉਹ ਜਿੱਦਾਂ ਰੀਤੂ ਮੈਡਮ ਨੇ ਕਿਹਾ ਸੀ ਐਕਟਿਵ ਤੇ ਪੈਸਿਵ ਟੀਚਿੰਗ ਹੁੰਦੀ ਹੈ. ਐਕਟਿਵ ਟੀਚਿੰਗ ਦੇ ਵਿੱਚ ਤੇ ਉਹ ਹੁੰਦਾ ਵਾ ਆਪਣਾ ਟੀਚਰ ਟੀਚ ਕਰਦਾ ਹੈ. ਸੋ ਅਪਾਇੰਟਮੈਂਟ ਦਾ ਤੇ ਕੋਈ ਰੋਲ ਨਹੀਂ ਰਿਹਾ ਕਿਉਂਕਿ ਰਿਸਰਚਰਸ ਵੀ ਇਸ ਇੱਕ ਐਗਜ਼ਾਮਪਲ ਦੇ ਰਿਹਾ. ਛੋਟਾ ਜਿਹਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਇੱਕ ਚਲਾਇਆ ਸੀ 10ਵੀਂ ਅੱਜ ਤੋਂ 2-3 ਸਾਲ ਪਹਿਲਾਂ ਕਿ ਹਰ ਸਕੂਲ ਦੇ ਵਿੱਚ ਇੱਕ ਚੰਡੀਗੜ੍ਹ ਤੋਂ ਟੈਲੀਕਾਸਟ ਆਉਂਦਾ ਸੀ ਤਾਂ ਉਹਦੇ ਵਿੱਚ ਉਹ ਪੜ੍ਹਾਉਂਦੇ ਸੀਗੇ. ਠੀਕ ਹੈ. ਉਹੀ ਕਹਿ ਰਿਹਾ ਕਿ ਅਗਰ ਇੱਕ ਜਗ੍ਹਾ ਤੋਂ ਟੈਲੀਕਾਸਟ ਸਾਰੇ ਇੰਡੀਆ 'ਚ ਕੀਤਾ ਜਾ ਸਕਦਾ ਫਿਰ ਮੈਂ ਇਹ ਕਹਿਣਾ ਚਾਹ ਰਿਹਾ ਕਿ ਗਿਣਵੇਂ ਚੁਣਵੇਂ ਪ੍ਰੋਫੈਸਰ ਹੀ ਸਾਰੇ ਦੇਸ਼ ਨੂੰ ਪੜ੍ਹਾ ਸਕਦੇ ਆ ਫਿਰ. Okay. Thank you, Malkeet Paji, for your views. So I would like to ask Rishti about the brief of the discussion. So what she feels about that, whether the virtual education should be replaced or not. What I believe here is at the moment that अब अगर सिचुएशन ऐसी हुई है कि कॉइन फ्लिप हो ही गया है तो हवा में अब वो उसी जगह पे लैंड करेगा जो साइड ज्यादा पे कर दिया है. हम दोनों चीजों को अभी इस टाइम क्लियरली इवैल्यूएट नहीं कर पा रहे क्योंकि हमने उतना एक्सट्रैक्ट नहीं किया ऑनलाइन से जितना हम सालों भर का क्लासरूम लर्निंग से कर पाए हैं. तो आई थिंक वर्चुअल लर्निंग एट प्रेजेंट है वो सब्स्टिट्यूट बहुत अच्छे से कर रही है एट प्रेजेंट. But to say that it will replace classroom learning, that would be a little bit tricky and dwindling. So we cannot completely say it would replace it. Okay, thank you for your brief, Rishti. So Purva, what are your views? Can I know your views, please? Yes, in a brief. That we can't replace the classroom so quickly with the virtual learning or e-learning, what we say. But I feel that if it in India also it would have been started before 10 years or 20 years. So today we were in that condition. So start is always there, I feel. Okay. So Ishita, what are your views about this? Thank you, Purva, for your views. I mean, time is running short, so I am in hurry. So Ishita, what are your views on this? शुरू से पढ़ते आ रहे हैं, मेरे ख्याल से तो वही ज्यादा अच्छा है. और जैसे रितु मैम ने बोला कि उसमें हमें कुछ सेकंड्स मिलते हैं जिसमें हमें आंसर देना है. तो अगर कोई इतना शार्प नहीं है जो इतनी जल्दी नहीं सोच पा रहा बट उसे आंसर आता है तो ये तो अनफेयर होगा उसके लिए. अगर उसको आंसर आता है तो उसको सोचना क्यों पड़ेगा. चलो बाद में डिस्कस करेंगे इस बारे में. सो बलजिंदर दी से बात करते हैं. सो क्या व्यूज है बलजिंदर दी आपका? ब्रीफ क्या है? Yeah, it's the same thing कि हाँ दोनों चीजें एक दूसरे ਨੂੰ complement कर सकती है बट पूरी तरह एक चीज दूसरे ਨੂੰ replace नहीं कर सकती. बट ये वो चीज जो ending point आता है कि it's like साडी generation, we are the people who have studied with the traditional classroom learning since you know nursery standard. But एक ऐसी generation आ रही है ਜਿਹੜੀ you know the second, third, first standard तो they're like learning from smart classes and all that stuff. So you need to let the people grow and have an opinion about stuff. Okay. So they will tell that virtual learning will replace or not. Thank you so much for your views, Baljinder Ji. And so I should move towards our junior most member of the panel, Seher. So what are your views, Seher? Can you brief? Please on your mic first. Please on your mic, Seher, please. Your microphone is off. Yes, yeah, now you are audible. So I am unmuted by the host. Am I audible? Yes, you are audible. No, you are unmuted by the moderator. Maybe some personal issues may be there, but I don't want to be in that. You can discuss it later. So okay. I'm not completely in favor of replacing it altogether, but definitely I would say that
it should be introduced in the system along with the traditional learning methods, because we are definitely to complete globally, and globally e-learning is Okay. Thank you, Sahar, for your views. There is some connection problem, therefore we are not able to listen you. Thank you so much for your views. So ਅੱਜ ਦਾ ਟਾਕ ਸ਼ੋ ਜਿਹੜਾ ਕਿ ਬਹੁਤ ਸਫਲਤਾਪੂਰਵਕ, ਜਿਹਨੂੰ ਪੰਜਾਬੀ ਚ ਕਿਹਾ ਜਾਵੇ, ਬਹੁਤ ਸਫਲਤਾਪੂਰਵਕ ਆਰਗੇਨਾਈਜ਼ ਕਰਾਇਆ, ਤੇ ਮੈਂ ਦਿਲੋਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਕੈਮੀਕਲ ਸੁਸਾਇਟੀ ਦਾ, ਜਿਨੇ ਮੈਨੂੰ ਮੌਕਾ ਦਿੱਤਾ ਇਸ ਟਾਕ ਸ਼ੋ ਨੂੰ ਹੋਸਟ ਕਰਨ ਦਾ। ਸੋ ਮੈਂ ਸਾਰੇ ਮੈਂਬਰਸ ਦਾ ਵੀ ਧੰਨਵਾਦ ਕਰਦਾ ਵਾਂ, ਆਪਣੇ DR ਆਕਾਸ਼ ਠਾਕੁਰ ਤੇ ਬਾਕੀ ਸਾਰੇ ਮੈਂਬਰਸ ਦਾ ਵੀ ਧੰਨਵਾਦ ਕਰਦਾ, ਕਾਸ਼ਿਮਾ ਸੋਨੀ ਆਪਣੇ ਜਨਰਲ ਸੈਕਟਰੀ, ਤੇ ਜ਼ੂਮ ਨੇ ਆਪਾਂ ਨੂੰ ਮੌਕਾ ਦਿੱਤਾ, ਜ਼ੂਮ ਐਪ ਨੇ ਆਪਾਂ ਨੂੰ ਮੌਕਾ ਦਿੱਤਾ ਇਸ ਚੀਜ਼ ਨੂੰ ਕਰਨ ਵਾਸਤੇ। ਸੋ ਆਈ ਵੁੱਡ ਲਾਈਕ ਟੂ ਥੈਂਕ ਦ ਜ਼ੂਮ ਐਪ ਆਲਸੋ। ਮੇਬੀ ਦੇ will not be able to listen me, or I may not be able to get to them। ਤੇ ਆਪਣੇ ਹੈਡ ਆਫ ਡਿਪਾਰਟਮੈਂਟ ਜਿਹੜੇ ਕਿ ਆਪਾਂ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਇਸ ਚੀਜ਼ ਦੇ ਵਿੱਚ ਕਿ ਤੁਸੀਂ ਇਨੋਵੇਸ਼ਨ ਲਿਆਓ ਤੇ ਬੱਚਿਆਂ ਨੂੰ ਨੈਕਸਟ ਈਅਰ ਸਟ੍ਰੈਸ ਤੋਂ ਦੂਰ ਕਰੋ, ਮੈਂ ਉਹਦੇ ਵਿੱਚ ਵੀ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਤੇ ਆਪਣਾ ਜਿਹੜਾ ਤੁਸੀਂ ਦੇਖ ਸਕਦੇ ਆ ਕਿ ਮਾਝਾ ਹਾਊਸ ਦਾ ਜ਼ੂਮ ਅਕਾਊਂਟ ਆਪਾਂ ਯੂਜ਼ ਕਰ ਰਹੇ ਹਾਂ। ਸੋ ਆਈ ਥੈਂਕਸ ਮਾਝਾ ਹਾਊਸ ਕਿ ਸਾਨੂੰ ਉਹਨਾਂ ਨੇ ਹੈਲਪ ਕੀਤਾ, ਕਿਉਂਕਿ ਸਾਡੇ ਕੋਲ ਹਜੇ ਆਪਣਾ ਜ਼ੂਮ ਅਕਾਊਂਟ ਹੈ ਨਹੀਂ। ਵੀ ਵਿਲ ਬੀ ਸ਼ਾਰਟਲੀ ਬਾਇੰਗ ਏ ਜ਼ੂਮ ਅਕਾਊਂਟ ਆਫ ਆਫੀਸ਼ੀਅਲ ਜ਼ੂਮ ਅਕਾਊਂਟ ਆਫ ਕੈਮੀਕਲ ਸੁਸਾਇਟੀ। ਸੋ ਮੈਂ ਇਹ ਤੋਂ ਬਾਅਦ ਥੈਂਕਸ ਕਰਦਾ ਆਪਣੇ ਮੈਂਬਰਸ ਪ੍ਰਿਯਲ ਸ਼ਰਮਾ, ਮਲਕੀਤ ਸਿੰਘ, ਰਿਸ਼ਤੀ ਸ਼ਰਮਾ, ਅਪੂਰਵਾ ਸ਼ੁਕਲਾ, ਇਸ਼ਿਤਾ ਕੁੱਚਰ, ਬਲਜਿੰਦਰ ਦੀ ਦਾ ਮੈਂ ਸਪੈਸ਼ਲੀ ਥੈਂਕਸ ਕਰਦਾ ਕਿ ਉਹ ਐਲੂਮਨੀ ਹੈ ਇਸ ਡਿਪਾਰਟਮੈਂਟ ਦੇ, ਤੋਂ ਉਹਨਾਂ ਨੇ ਟਾਈਮ ਕੱਢ ਕੇ ਸਾਨੂੰ ਜੁਆਇਨ ਕੀਤਾ। ਤੇ ਸਹਿਰ ਦਾ ਵੀ ਮੈਂ ਬਹੁਤ ਬਹੁਤ ਥੈਂਕਸ ਕਰਦਾ ਕਿ ਉਹਨਾਂ ਨੇ ਜੁਆਇਨ ਕੀਤਾ ਐਜ਼ ਅ ਜੂਨੀਅਰ ਮੋਸਟ ਮੈਂਬਰ, ਕਿਉਂਕਿ ਮੈਂ ਜਦੋਂ ਫਸਟ ਈਅਰ 'ਚ ਸੀ ਮੇਰੇ 'ਚ ਇੰਨੇ ਗਟਸ ਆਏ ਨਹੀਂ ਸੀ ਕਿ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਜਾਂ ਕਿਸੇ ਦੇ ਵਿੱਚ ਆ ਕੇ ਬੋਲ ਸਕਾਂ। ਸੋ that is really appreciated। ਤੇ ਇੱਕ ਥੈਂਕਸ, ਬਹੁਤ ਮੇਜਰ ਥੈਂਕਸ ਮੈਂ ਕਰਨਾ ਚਾਹੁੰਦਾ ਵਾ ਡਾਕਟਰ ਵੀਨਸ, ਕਿ ਜਿਹੜੇ ਆਪਣੇ ਮੋਡਰੇਟਰ ਆ ਜਿਨ੍ਹਾਂ ਨੂੰ ਮੈਂ ਬਾਰ-ਬਾਰ ਰਿਕੁਐਸਟ ਕੀਤੀ ਕਿ ਆਪਣੇ ਜੁਆਇਨ ਕਰਵਾਓ, ਕਿਊਰੀਜ਼ ਜੁਆਇਨ ਕਰਾਓ, ਤੇ ਰੀਤੂ ਮੈਡਮ ਦਾ ਵੀ ਜਿਨ੍ਹਾਂ ਨੇ ਸਾਨੂੰ ਐਕਟਿਵ ਤੇ ਪੈਸਿਵ ਲਰਨਿੰਗ ਦਾ ਕਨਸੈਪਟ ਦੱਸਿਆ। ਸੀਰੀਅਸਲੀ ਦੱਸਾਂ ਮੈਨੂੰ ਇਸ ਬਾਰੇ ਨਹੀਂ ਪਤਾ ਸੀ। ਸੋ ਵੀ ਲਰਨਡ ਅਬਾਊਟ ਓਪਨ ਬੁੱਕ ਐਗਜ਼ਾਮਸ ਐਂਡ ਦੈਟ ਥਿੰਗ ਅਬਾਊਟ ਫਰੋਮ ਹਰ। ਸੋ ਬੇਸਿਕਲੀ ਅੱਜ ਦੀ ਡਿਸਕਸ਼ਨ ਦੇ ਵਿੱਚ ਆਪਣਾ ਤਾਂ ਇਹ ਸਿੱਟਾ ਨਿਕਲਦਾ ਵਾ ਕਿ ਆਪਣਾ ਜਿਹੜਾ ਵਾ ਵਰਚੁਅਲ ਲਰਨਿੰਗ ਜਿਹੜੀ ਪੂਰੀ ਤਰ੍ਹਾਂ ਪ੍ਰੈਫਰੇਬਲ ਨਹੀਂ ਸੀ। ਕੁਝ ਪੁਆਇੰਟਸ ਨੇ ਜਿਹੜੇ ਡਿਸਿਪਲਿਨ ਦੇ, ਫਲੈਕਸੀਬਿਲਿਟੀ ਦੇ, ਅਸੈਸਿਬਿਲਿਟੀ ਦੇ ਵਿੱਚ ਆਪਣਾ ਵਰਚੁਅਲ ਲਰਨਿੰਗ ਮੋਰ ਪ੍ਰੈਫਰੇਬਲ ਆ। ਪਰ ਜਿੱਥੇ ਗੱਲ ਆਉਂਦੀ ਆਨਲਾਈਨ ਐਗਜ਼ਾਮਸ ਦੀ, ਡੈਡਲਾਈਨਸ ਦੀ, ਤੇ ਉੱਥੇ ਟ੍ਰੈਡੀਸ਼ਨਲ ਲਰਨਿੰਗ ਬਹੁਤ ਪ੍ਰੈਫਰੇਬਲ ਆ। ਤਾਂ ਮੈਂ ਸਾਰੇ ਪੁਆਇੰਟਸ ਨੂੰ ਸਮਰਾਈਜ਼ ਕਰਦਾ ਹੋਇਆ ਇਸ ਕੰਕਲੂਜਨ ਕਰਦਾ ਵਾਂ ਕਿ ਵਰਚੁਅਲ ਲਰਨਿੰਗ ਤੇ ਆਨਲਾਈਨ ਲਰਨਿੰਗ ਜਿਹੜੀ ਆ ਉਹ ਸਾਈਡ ਬਾਈ ਸਾਈਡ ਹੋਣੀ ਚਾਹੀਦੀ। ਜਿੱਦਾਂ ਮਲਕੀਤ ਭਾਈ ਨੇ ਕਿਹਾ ਵੀ 70:30 ਹੋਣਾ ਚਾਹੀਦਾ। ਸੋ ਬਿਲਕੁਲ ਸਹੀ ਗੱਲ ਆ। ਇੱਕੋ ਦਮ ਕਿਸੇ ਤੇ 100% ਪਾ ਦੋਗੇ ਜਾਂ ਇੱਕੋ ਦਮ 50% ਪਾ ਦੋਗੇ, ਉਹਦਾ ਹਮੇਸ਼ਾ ਨੁਕਸਾਨ ਹੋਊਗਾ। ਜੇ ਤੁਸੀਂ ਹੌਲੀ ਹੌਲੀ ਚੱਲੋਗੇ ਤੇ ਉਹਦਾ ਹਮੇਸ਼ਾ ਹੀ ਫਾਇਦਾ ਹੋਊਗਾ। ਸੋ ਹਰ ਇੱਕ ਚੀਜ਼ ਤੋਂ ਕੁਝ ਸਿੱਖਣਾ ਚਾਹੀਦਾ। ਆਪਾਂ ਨੂੰ ਇਹ ਪਤਾ ਲੱਗਾ। ਸੋ ਆਪਾਂ ਇਸ ਪੈਂਡੈਮਿਕ, ਇਸ ਐਪੀਡੈਮਿਕ COVID-19 ਤੋਂ ਇਹ ਸਿੱਖਿਆ ਕਿ ਆਪਾਂ ਨੂੰ ਹਮੇਸ਼ਾ ਪ੍ਰਿਪੇਅਰ ਰਹਿਣਾ ਚਾਹੀਦਾ, ਕਿਉਂਕਿ ਕੁਝ ਨਹੀਂ ਪਤਾ ਵੀ ਕਿੱਥੋਂ ਵਾਇਰਸ ਆ ਜਾਣਾ, ਕਿੱਥੋਂ ਨਹੀਂ। ਆ ਕਰੋਨਾ ਵਾਇਰਸ ਨੇ ਜਿਹੜਾ ਕਹਿ ਕੇ ਆਇਆ ਸੀ ਵੀ ਮੈਂ ਆਉਣ ਲੱਗਾ ਵਾਂ, ਤੁਸੀਂ ਆਪਣਾ ਇਨਫਰਾਸਟ੍ਰਕਚਰ ਰੈਡੀ ਰੱਖੋ। ਸੋ ਵੀ ਸ਼ੁੱਡ ਬੀ ਪ੍ਰਿਪੇਅਰਡ ਫॉर दैट ਆਲਸੋ। ਸੋ ਥੈਂਕਸ ਅਗੇਨ ਟੂ ਆਵਰ HOD, ਆਵਰ ਮੈਂਬਰਸ, ਆਵਰ in charge of chemical society and all the members of editorial team। so मैं अपना थैंक्स भी करता हूँ कि मैं भी कुछ बोलिया माड़ा मोटा। सो ਜਿਹੜੇ ਮੇਰੇ ਪਾਰਟਿਸਪੈਂਟਸ ਨੇ, ਜਿਹੜੀ ਆਡੀਅנס ਆ, ਮੈਂ ਉਹਨਾਂ ਦਾ ਇਨਵੋਲਵ ਹੋਣ ਵਾਸਤੇ ਇਸ ਡਿਸਕਸ਼ਨ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸੋ देयर ਇਨਵੋਲਵਮੈਂਟ ਇਜ਼ ਹਾਈਲੀ ਐਪਰੀਸ਼ੀਏਟਡ ਐਂਡ that motivated me to continue it further and do this session again। So we will be soon organizing one more session on this। so मैं चाहना कि सारे पैनल members, रितु मैम, अपने ਵੀਨਸ ਸਰ ਤੇ ਬਾਕੀ ਸਾਰੇ ਜਿੱਦਾਂ ਸਿੱਖਿਆ ਦੀ ਆਪਣੇ ਪੁਰਾਣੇ DR ਤੇ ਆਕਾਸ਼ ਵਾਲੀ ਆਪਣੇ ਪ੍ਰੈਜ਼ੈਂਟ DR, ਆਪਣੇ ਕਾਸ਼ਿਮਾ ਸੋਨੀ ਜਨਰਲ ਸੈਕਟਰੀ, ਤੇ ਬਾਕੀ ਸਾਰੇ ਕੈਮੀਕਲ ਸੁਸਾਇਟੀ ਦੇ ਮੈਂਬਰ ਤੇ ਆਪਣੇ ਸਾਰੇ ਜਿਹੜੇ ਪਾਰਟਿਸਪੈਂਟਸ ਆ, ਜ਼ਰੂਰ ਆਪਣੇ ਵਿਊਜ਼ ਕੈਮੀਕਲ ਸੁਸਾਇਟੀ ਦੀ ਈਮੇਲ ਤੇ ਜਾਂ ਕੈਮੀਕਲ ਸੁਸਾਇਟੀ ਦੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ ਤੇ ਸੈਂਡ ਕਰਨ, ਸੋ ਕਿ ਸਾਨੂੰ ਪਤਾ ਲੱਗੇ ਵੀ ਅਸੀਂ ਕੀ ਇੰਪਰੂਵਮੈਂਟ ਕਰਨੀ ਹੈ ਜਾਂ ਕੀ ਸਾਡੇ 'ਚ ਵਧੀਆ ਸੀ, ਕਿੱਥੇ ਕਮੀ ਹੈ। ਸੋ ਐਟ ਲਾਸਟ ਆਈ ਵੁੱਡ ਲਾਈਕ ਟੂ ਥੈਂਕਸ एवरीवन। ਸੋ ਮੇਰਾ ਗਲਾ ਸੁੱਕ ਗਿਆ ਹੁਣ ਯਾਰ, ਬਸ
So thank you so much everyone.